अंत भय हरियावली जिनी मेरा सतगुर दिखिया जाए। धन धन पिता धन धन कुल लखे वाला स्पीकर नहीं बंद हो धन गल पै धन देना। जननी जा के रिया जिनी गुरु जनिया माए। जे सो चंदा उगवै सूरज चढ़ै हजार। इतै चानन होंदियां मेरे भेज दी गुर बिन घोर मेरा लाइव है। अंधार। लाइव चलता पे आज भेज ना। गुर बिन घोर अंधार गुरु बिन समझ न आवे। गुर बिन सुरत न अगन कटै सब तेरे। गुर नैन बैन गुर गुर करहो। गुरु सत कव नल कहै। जिन गुरु न देखियो नहीं कियो ते अज्ञात संसार में है। परम सन्मानयोग जुगो जुग अटल तखत चौर शतक दे मालिक सतगुरु श्री गुरु ग्रंथ साहिब महाराज पातशाह जी की पावन पवित्र हजूरी अंदर गुरुद्वारा बाबा मक्खन शाह जी डुबाना के पावन अस्थानां दे उपर रात्रि दे सजे हुए इन्हां दीवानां दे विच हाजरियां भर के जीवन दे कीमती समय नूं आप संगत सफला कर रहे हो। हजूरी रागी जत्थे पासों आप जी ने गुरबानी दा कीर्तन सरवण करना कीता है। कुछ समय वास्ते आपां सतगुरु गुरु हर राय साहिब महाराज सतवें पातशाह जिन्हां नूं गुरु गोबिंद सिंह महाराज जी आखदे ने सिमरो श्री हर राय। रोजाना असीं अरदास दे विच गुरु गोबिंद सिंह महाराज जी दे लिखे बचन पढ़दे हां कि जिहड़ा गुरु हर राय साहिब महाराज जी नूं धन कह करके धन श्री गुरु हर राय साहिब महाराज धन गुरु गोबिंद सिंह महाराज कहंदे ने फिर गुरु हर राय जिहड़े ने ओह हर थां ते सहायता करदे ने। आप संगत आसीस बख्शो मन बित्तियां एकाग्र करो अदब प्यार सत्कार सहित सतगुरु गुरु गोबिंद सिंह महाराज जी की बख्शिश फतेह प्रवान करो जी। वाहिगुरु जी का खालसा वाहिगुरु जी की फतेह। सतगुरु गुरु अर्जन देव महाराज जी के बचन ने सब धरती भई हरियावली जिथे मेरा सतगुर बैठा आए। से जंत भय हरियावले जिनी मेरा सतगुर देखिया जाए। गुरु अर्जन देव महाराज जी कृपा करते ने कि वह धरती जिहड़ी है वह भागां वाली है जिथे सतगुर महाराज जी के चरण पए ने। जिथे सतगुरु महाराज जी प्रगट होए ने जिस जगह जिथे सतगुरु महाराज जी ने अपने जीवन काल दे विच कौतक कीते ने वो धरती जिहड़ी है वो हरियावली है। ते हरियावली असीं जदों समाज दे विच मौसम नूं देखते हां ते असीं कहने हां जी अज पतझड़ आ गई, हुण बरसात दा मौसम आया, हुण सर्दी आई, गर्मी आई, फिर बहार आई, बसंत दी रुत आई। पर सतगुरु महाराज कहते जिहड़ी धरती सतगुरां दे चरनां दे नाल शरशार हुई हुंदी है ਉਹ ਧਰਤੀ ਹਮੇਸ਼ਾ ਵਾਸਤੇ ਹਰਿਆਲੀ ਹੋ ਜਾਂਦੀ, ਉਹਦੇ ਤੇ ਕਦੀ ਪਤਝੜ ਨਹੀਂ ਆਉਂਦੀ।
ਜਿਸ ਜਗ੍ਹਾ ਦੇ ਉੱਤੇ ਸਤਿਗੁਰੂ ਮਹਾਰਾਜ ਜੀ ਦੇ ਚਰਨ ਪੈ ਜਾਂਦੇ ਨੇ, ਅਸੀਂ ਰੋਜ਼ਾਨਾ ਆਸਾ ਕੀ ਬਾਤ ਦੇ ਵਿੱਚ ਬਚਨ ਪੜ੍ਹਦੇ ਹਾਂ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਉਹ ਧਰਤੀ, ਉਹ ਜਗ੍ਹਾ ਕਰਮਾਂ ਵਾਲੀ ਹੋ ਜਾਂਦੀ ਹੈ ਜਿੱਥੇ ਸਤਿਗੁਰੂ ਮਹਾਰਾਜ ਜੀ ਦੇ ਚਰਨ ਪੈਂਦੇ ਨੇ। ਭਾਵੇਂ ਸਤਿਗੁਰੂ ਮਹਾਰਾਜ ਜੀ ਸਰੀਰ ਕਰਕੇ ਚਰਨ ਪਾਉਂਦੇ ਨੇ, ਭਾਵੇਂ ਸ਼ਬਦ ਰੂਪ ਦੇ ਵਿੱਚ ਮਹਾਰਾਜ ਜੀ ਦੇ ਚਰਨ ਪਏ। ਅੱਜ ਸਾਡੇ ਕੋਲ ਸਰੀਰ ਕਰਕੇ ਭਾਵੇਂ ਅਸੀਂ ਸਤਿਗੁਰਾਂ ਨੂੰ ਨਹੀਂ ਦੇਖਦੇ, ਪਰ ਸ਼ਬਦ ਕਰਕੇ, ਜੋਤ ਕਰਕੇ, ਅਧਿਆਤਮ ਕਰਕੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਾਂ। ਤੇ ਜਦੋਂ ਵੀ ਮਹਾਰਾਜ ਜੀ ਦੀ ਸਵਾਰੀ ਲੈ ਕੇ ਜਾਂਦੇ ਹਾਂ, ਉਦੋਂ ਅੱਜ ਬਚਨ ਇਹ ਪੜ੍ਹਦੇ ਹਾਂ ਕਿ ਸੋ ਥਾਨ ਸੁਹਾਵਾ ਰਾਮ ਰਾਜੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਪਾਵਨ ਬਾਣੀ ਦੇ ਵਿੱਚ ਮਹਾਰਾਜ ਨੇ ਬੇਨਤੀ ਕੀਤੀ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਇਹ ਜਿਹੜਾ ਸੰਸਾਰ ਹੈ ਨਾ, ਇਹ ਭਵਜਲ ਹੈ, ਇਹ ਸਮੁੰਦਰ ਹੈ, ਤੇ ਇਸ ਸਮੁੰਦਰ ਤੋਂ ਜੇਕਰ ਤਰਨਾ ਹੈ ਤੇ ਉਹਦੇ ਵਾਸਤੇ ਗੁਰੂ ਸਹਾਈ ਕੇਵਲ ਹੋ ਸਕਦਾ ਹੈ। ਬਾਣੀ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ, ਗੁਰ ਜਹਾਜ ਖੇਵਟ ਗੁਰੂ, ਗੁਰ ਬਿਨ ਤਰਿਆ ਨਾ ਕੋਈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਗੁਰੂ ਤੋਂ ਬਗੈਰ ਮਤ ਸੋਚੋ ਕਿ ਅਸੀਂ ਭਵਜਲ ਤੋਂ ਤਰ ਸਕਦੇ ਹਾਂ। ਭਾਵੇਂ ਅਸੀਂ ਰੋਜ਼ਾਨਾ ਹੀ ਚੰਗੇ ਜਿੰਨੇ ਮਰਜ਼ੀ ਕਰਮ ਕਰੀਏ, ਚੰਗੇ ਕਰਮ ਕਰਨ ਦੇ ਨਾਲ ਸਾਨੂੰ ਸੁੱਖ ਤੇ ਪ੍ਰਾਪਤ ਹੋਣਗੇ। ਹੋ ਸਕਦਾ ਹੈ ਕੁਝ ਇਸ ਜਨਮ ਚ ਹੋਣ ਜਾਂ ਅਗਲਾ ਜਨਮ ਮਿਲੇ ਤੇ ਉਹਦੇ ਵਿੱਚ ਸੁੱਖ ਭੋਗੀਏ, ਪਰ ਜੇਕਰ ਅਸੀਂ ਮੁਕਤੀ ਚਾਹੁੰਦੇ ਹਾਂ ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਮਤ ਸੋਚੋ ਕਿ ਸਤਿਗੁਰੂ ਤੋਂ ਬਿਨਾਂ ਮੁਕਤੀ ਮਿਲ ਸਕਦੀ ਆ। ਦਾਨ ਪੁੰਨ ਸੇਵਾ ਭਾਵਨਾ ਦੇ ਨਾਲ ਕਰੋਗੇ, ਉਹਦੇ ਨਾਲ ਸੁੱਖ ਜ਼ਰੂਰ ਮਿਲਣਗੇ, ਪਰ ਮੁਕਤੀ ਜੇਕਰ ਲੈਣੀ ਆ, ਜੇਕਰ ਜਨਮ ਮਰਨ ਦੇ ਗੇੜ ਦੇ ਵਿੱਚੋਂ ਬਚਣਾ ਹੈ, ਤੇ ਸਤਿਗੁਰੂ ਮਹਾਰਾਜ ਕਹਿੰਦੇ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰੂ ਤੋਂ ਬਗੈਰ ਸੰਸਾਰ ਕੀ ਹੈ ਜੀ? ਸਤਿਗੁਰੂ ਮਹਾਰਾਜ ਕਹਿੰਦੇ ਸੰਸਾਰ ਕੋਪ ਹਨੇਰਾ, ਤੇ ਗੁਰੂ ਦੇ ਅਰਥ ਹੁੰਦੇ ਨੇ ਕਿ ਚਾਨਣ ਦੇ ਦੇਣਾ, ਪ੍ਰਕਾਸ਼ ਹੋ ਜਾਣਾ, ਗਿਆਨ ਮਿਲ ਜਾਣਾ, ਬੇਸਮਝੀ ਤੋਂ ਬਾਹਰ ਨਿਕਲ ਜਾਣਾ, ਅਗਿਆਨਤਾ ਤੋਂ, ਭਰਮ ਤੋਂ, ਭੁਲੇਖਿਆਂ ਦੇ ਵਿੱਚੋਂ ਨਿਕਲ ਜਿਹੜਾ ਜਾਵੇ। ਇਹਦਾ ਮਤਲਬ ਹੈ ਕਿ ਉਹਨੇ ਗੁਰੂ ਚਾਨਣ ਨੂੰ ਅਪਣਾ ਲਿਆ ਹੈ, ਗੁਰੂ ਦੀਵੇ ਦਾ ਚਾਨਣ ਮਿਲ ਗਿਆ। ਤੇ ਮਹਾਰਾਜ ਕਹਿੰਦੇ ਨੇ ਕਿ ਸੱਚੀ ਗੱਲ ਦੇ ਜਿਹੜਾ ਨਾਮ ਜਪਣ ਲੱਗ ਪੈਂਦਾ, ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਨਾਮ ਜਪਤ ਕੋਟ ਸੂਰ ਉਜਿਆਰਾ। ਆਸਾ ਕੀ ਬਾਤ ਦਾ ਪਹਿਲਾ ਸ਼ਲੋਕ ਹੈ ਜੀ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ। ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਖਦੇ ਨੇ ਕਿ ਜੇ 100 ਚੰਦਾ ਉਗਵੇ, ਜੇ 100 ਚੰਦਰਮਾ ਰਾਤ ਨੂੰ ਨਿਕਲੇ, ਪੁੰਨਿਆਂ ਦੀ ਰਾਤ ਨੂੰ ਇੱਕ ਚੰਦਰਮਾ ਨਿਕਲਦਾ ਹੈ ਤੇ ਬੜਾ ਚਾਨਣ ਹੋ ਜਾਂਦਾ, ਸਾਨੂੰ ਬਾਹਰ ਆਰਾਮ ਨਾਲ ਦਿਖਾਈ ਦੇ ਜਾਂਦਾ ਹੈ ਕਿ ਅਸੀਂ ਆਰਾਮ ਨਾਲ ਬਾਹਰ ਦੇਖ ਸਕਦੇ ਹਾਂ। ਜੇਕਰ ਇੱਕ ਚੰਦਰਮਾ ਦੀ ਥਾਂ ਤੇ 100 ਚੰਦਰਮਾ ਚੜਾਵੇ, ਤੇ ਸਤਿਗੁਰੂ ਮਹਾਰਾਜ ਕਹਿੰਦੇ ਦਿਨੇ ਜੇ ਸੋ ਚੰਦਾ ਉਗਮੈ, ਸੂਰਜ ਚੜੇ 1000। ਇੱਕ ਸੂਰਜ ਦਾ ਕਿੰਨਾ ਪ੍ਰਕਾਸ਼ ਹੈ, ਜੇਕਰ ਹਜ਼ਾਰਾਂ ਸੂਰਜ ਚੜੇ ਹੋਣ ਤੇ ਕਿੰਨਾ ਚਾਨਣਾ ਹੋਵੇਗਾ। ਪਰ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਨੇ ਇਹ ਚਾਨਣਾ ਕੇਵਲ ਬਾਹਰ ਦਾ ਹਨੇਰਾ ਮਿਟਾ ਸਕਦਾ ਏ, ਜੇ ਅੰਦਰ ਦਾ ਹਨੇਰਾ ਮਿਟਾਉਣਾ ਹੈ ਤੇ ਫਿਰ ਗੁਰੂ ਸੂਰਜ ਨੂੰ ਮਿਲਣਾ ਹੋਵੇਗਾ। ਜੇ ਸੋ ਚੰਦਾ ਉਗਵੇ, ਸੂਰਜ ਚੜੇ 1000, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਗੁਰੂ ਤੋਂ ਬਗੈਰ ਕੋਪ ਹਨੇਰਾ ਜੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜੇ ਜੀਵਨ ਦੇ ਵਿੱਚ ਰੌਸ਼ਨੀ ਪ੍ਰਕਾਸ਼ ਚਾਹੀਦਾ ਹੈ ਤੇ ਫਿਰ ਸ਼ਬਦ ਦੇ ਨਾਲ ਜੁੜ। ਜਿਹੜਾ ਸ਼ਬਦ ਦੇ ਨਾਲ ਜੁੜ ਜਾਂਦਾ ਹੈ, ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹਦਾ ਜੀਵਨ ਸਫਲਾ ਹੋ ਜਾਂਦਾ ਹੈ। ਧੰਨ ਗੁਰੂ ਹਰਿ ਰਾਏ ਸਾਹਿਬ ਮਹਾਰਾਜ, ਜਿਨ੍ਹਾਂ ਦੇ ਅੱਜ ਪ੍ਰਕਾਸ਼ ਪੁਰਬ ਅਸੀਂ ਮਨਾਉਂਦੇ ਪਏ ਆ। ਸਤਿਗੁਰੂ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਦੇ ਜੀਵਨ 'ਚ ਅਨੇਕਾਂ ਕੌਤਕ ਮਿਲਦੇ ਨੇ, ਪਰ ਸਭ ਤੋਂ ਜ਼ਿਆਦਾ ਸਤਿਗੁਰੂ ਮਹਾਰਾਜ ਨੇ ਜੇਕਰ ਕਿਸੇ ਗੱਲ ਤੇ ਜ਼ੋਰ ਦਿੱਤਾ, ਉਹ ਬਾਣੀ ਪੜ੍ਹਨ ਤੇ, ਬਾਣੀ ਦਾ ਸਤਿਕਾਰ ਕਰਨ ਤੇ ਜਿਨ੍ਹਾਂ ਬਾਣੀ ਦੀ ਨਿਰਾਦਰੀ ਕੀਤੀ, ਮਹਾਰਾਜ ਕਹਿੰਦੇ ਨੂੰ ਮੂੰਹ ਕਦੇ ਨਹੀਂ ਲਾਉਣਾ। ਅਸੀਂ ਇਤਿਹਾਸ ਦੇ ਵਿੱਚ ਅੱਜ ਵੇਖਣ ਦਾ ਯਤਨ ਕਰਾਂਗੇ। 6ਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ
ਮੇਰੀ ਪੀਰੀ ਮਾਲਕ ਦੇ ਘਰ 5 ਪੁੱਤਰਾਂ ਦਾ ਜਨਮ ਹੁੰਦਾ ਹੈ। ਸਭ ਤੋਂ ਵੱਡੇ ਪੁੱਤਰ ਨੇ ਬਾਬਾ ਗੁਰਦਿੱਤਾ ਸਾਹਿਬ ਜੀ। ਬਾਬਾ ਗੁਰਦਿੱਤਾ ਨੂੰ ਬਾਬਾ ਸ਼ਬਦ ਇਸ ਕਰਕੇ ਵੀ ਨਾਲ ਜੁੜ ਗਿਆ ਕਿਉਂਕਿ ਬਾਬਾ ਸ੍ਰੀ ਚੰਦ ਨੇ ਜਿੰਨਾ ਉਦਾਸੀ ਸੰਪਰਦਾ ਦਾ ਜੋ ਕਾਰਜਕਾਲ ਸੀ, ਜੋ ਸੇਵਾ ਸੀ, ਜੋ ਪ੍ਰਚਾਰ ਸੀ, ਉਹ ਸਾਰੀ ਜ਼ਿੰਮੇਵਾਰੀ ਬਾਬਾ ਗੁਰਦਿੱਤਾ ਜੀ ਨੂੰ ਦੇ ਦਿੱਤੀ ਸੀ। ਸਭ ਤੋਂ ਵੱਡੇ ਪੁੱਤਰ ਨੇ ਬਾਬਾ ਗੁਰਦਿੱਤਾ ਸਾਹਿਬ ਜੀ। ਉਸ ਤੋਂ ਬਾਅਦ ਵਿੱਚ ਇੱਕ ਧੀ ਦਾ ਜਨਮ ਹੋਇਆ ਜਿੰਦਾ ਨਾਮ ਹੈ ਬੀਬੀ ਬੀਰੋ ਜੀ। ਫਿਰ ਬਾਬਾ ਅਟਲ ਰਾਏ, ਬਾਬਾ ਸੂਰਜਮਲ, ਬਾਬਾ ਅਨੀ ਰਾਏ ਤੇ ਸਾਰਿਆਂ ਤੋਂ ਛੋਟੇ ਨੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ 'ਚ ਜਿਹੜੇ ਵੱਡੇ ਪੁੱਤਰ ਨੇ, ਬਾਬਾ ਬੁੱਢਾ ਸਾਹਿਬ ਜੀ ਇੱਕ ਗੱਲ ਆਖਿਆ ਕਰਦੇ ਸੀ। ਉਹਨਾਂ ਨੇ ਕਹਿਣਾ ਜਦੋਂ ਬਾਬਾ ਗੁਰਦਿੱਤਾ ਜੀ ਨੂੰ ਦੇਖਦੇ ਆ ਤੇ ਗੁਰੂ ਨਾਨਕ ਦੇ ਹਜ਼ੂਰੀ ਵਿੱਚ ਵੀ ਸੇਵਾ ਕੀਤੀ। ਉਹਨਾਂ ਨੇ 6ਵੇਂ ਪਾਤਸ਼ਾਹ ਨੂੰ ਕਹਿਣਾ ਸਤਿਗੁਰੂ ਬਾਬਾ ਗੁਰਦਿੱਤਾ ਦੇ ਵਿੱਚ ਗੁਰੂ ਨਾਨਕ ਦੀ ਝਲਕ ਮਿਲਦੀ ਆ। ਫਿਰ ਇਹੀ ਕੱਲੀ ਬਾਹਰੀ ਝਲਕ ਨਹੀਂ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਆਨੰਦ ਕਾਰਜ ਮਾਤਾ ਸੁਲੱਖਣੀ ਦੇ ਨਾਲ ਬਟਾਲੇ ਦੀ ਧਰਤੀ ਤੇ ਹੁੰਦਾ ਹੈ ਤੇ ਬਾਬਾ ਗੁਰਦਿੱਤਾ ਜੀ ਦਾ ਆਨੰਦ ਕਾਰਜ ਵੀ ਮਾਤਾ ਨਿਹਾਲ ਕੌਰ ਜੀ ਦੇ ਨਾਲ ਬਟਾਲੇ ਦੀ ਧਰਤੀ ਤੇ ਹੋਇਆ। ਸ਼ਕਲ ਮਿਲੀ, ਸੂਰਤ ਮਿਲੀ। ਫਿਰ ਜਿੱਥੇ ਆਨੰਦ ਕਾਰਜ ਹੋਇਆ ਉਹ ਜਗ੍ਹਾ ਵੀ ਇੱਕੋ ਹੀ ਆ। ਤੀਸਰਾ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ 2 ਸੁਪੁੱਤਰ ਨੇ, ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ। ਤੇ ਬਾਬਾ ਗੁਰਦਿੱਤਾ ਜੀ ਦੇ ਵੀ 2 ਹੀ ਸੁਪੁੱਤਰ ਨੇ, ਇੱਕ ਹੈ ਧੀਰ ਮਲ ਤੇ ਦੂਸਰੇ ਨੇ ਧੰਨ ਗੁਰੂ ਹਰ ਰਾਏ ਸਾਹਿਬ ਮਹਾਰਾਜ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪੋਤਰੇ ਨੇ ਧੰਨ ਗੁਰੂ ਹਰ ਰਾਏ ਸਾਹਿਬ ਮਹਾਰਾਜ। ਸਤਿਗੁਰੂ ਮਹਾਰਾਜ ਜੀ ਦਾ ਜਦੋਂ ਉਹਨਾਂ ਨੇ ਆਪਣੇ ਪੁੱਤਰ ਦਾ ਵਿਆਹ ਕੀਤਾ, ਬਾਬਾ ਗੁਰਦਿੱਤਾ ਜੀ ਦਾ ਵਿਆਹ ਹੁੰਦਾ ਹੈ। ਉਸ ਤੋਂ ਬਾਅਦ ਵਿੱਚ ਸਤਿਗੁਰੂ ਮਹਾਰਾਜ ਜੀ ਕੁਝ ਸਮਾਂ ਜਿਹੜੇ ਨੇ ਉਹ ਭਾਈ ਕੀ ਡਲੋਲੀ ਵਿੱਚ ਰਹੇ। ਭਾਈ ਕੀ ਡਲੋਲੀ ਸਾਈਂ ਦਾਸ ਸਤਿਗੁਰੂ ਮਹਾਰਾਜ ਜੀ ਦਾ ਸਾਂਢੂ ਵੀ ਲੱਗਦਾ ਹੈ ਤੇ ਸ਼ਰਧਾਲੂ ਵੀ ਹੈ। ਉਹਨੇ ਕਦੀ ਵੀ ਜਿਹੜਾ ਸੀ ਉਹ ਸਾਂਢੂਆਂ ਵਾਲਾ ਰਿਸ਼ਤਾ ਨਹੀਂ ਅੱਗੇ ਰੱਖਿਆ। ਉਹਨੇ ਹਮੇਸ਼ਾ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਗੁਰੂ ਕਰਕੇ ਜਾਣਿਆ ਤੇ ਸੇਵਕ ਬਣ ਕੇ ਸਤਿਗੁਰੂ ਮਹਾਰਾਜ ਜੀ ਦੇ ਚਰਨ ਪਰਸਦਾ ਰਿਹਾ। ਭਾਈ ਕੀ ਡਰੋਲੀ ਦੇ ਵਿੱਚ ਬੱਚੇ ਦਾ ਜਨਮ ਹੋਇਆ। ਬਾਬਾ ਗੁਰਦਿੱਤਾ ਮਾਤਾ ਨਿਹਾਲ ਕੌਰ ਜੀ ਦੇ ਗ੍ਰਹਿ ਵਿਖੇ ਇੱਕ ਬਾਲਕ ਦਾ ਜਨਮ ਹੁੰਦਾ ਹੈ। ਸਤਿਗੁਰੂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਪੋਤਰੇ ਨੂੰ ਦੇਖਣ ਵਾਸਤੇ ਆਏ। ਬੱਚੇ ਨੂੰ, ਪੋਤਰੇ ਨੂੰ ਨਾ ਗੋਦੀ ਵਿੱਚ ਚੁੱਕਿਆ, ਹੱਥਾਂ ਤੇ ਚੁੱਕਦੇ ਆ ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਾਲ ਮੁਸਕਰਾ ਪੈਂਦੇ ਆ। ਬਾਬਾ ਬੁੱਢਾ ਸਾਹਿਬ ਜੀ ਕੋਲ ਖਲੋਤੇ ਨੇ। ਸਨ 1626 ਦਾ ਜਨਮ ਹੈ ਧੀਰਮਲ ਦਾ। ਸਤਿਗੁਰੂ ਮਹਾਰਾਜ ਨੂੰ ਪੁੱਛਦੇ ਨੇ, ਸਤਿਗੁਰੂ ਇਸ ਤਰ੍ਹਾਂ ਅੱਜ ਕਿਉਂ ਮੁਸਕਰਾਏ ਜੇ? ਅੱਜ ਤੁਹਾਡਾ ਮੁਸਕਰਾਉਣਾ ਵੀ ਵੱਖਰਾ ਜਿਹਾ ਸੀ ਲੱਗਿਆ। ਕਾਰਨ ਕੀ? ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਨੇ, ਬਾਬਾ ਜੀ ਲੱਗਦਾ ਹੈ ਤਾਇਆ ਫਿਰ ਆ ਗਿਆ ਹੈ। ਤਾਏ ਤੋਂ ਭਾਵ ਸੀ ਪ੍ਰਿਥੀ ਚੰਦ, ਕਿਉਂਕਿ ਪ੍ਰਿਥੀ ਚੰਦ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੂੰ ਸ਼ਹੀਦ ਕਰਨ ਵਾਸਤੇ, ਉਹਨਾਂ ਦੇ ਉੱਤੇ ਘਰ ਦੇ ਉੱਤੇ ਕਬਜ਼ਾ ਕਰਨ ਵਾਸਤੇ ਬਹੁਤ ਗੁੰਡਾ ਉਹਨਾਂ ਨੇ ਗੁੰਦਿਆ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਨੇ ਤਾਇਆ ਜੀ ਲੱਗਦਾ ਹੈ ਫਿਰ ਆ ਗਏ ਨੇ। ਤੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਨੇ ਫਿਰ ਨਾਮ ਬੱਚੇ ਦਾ ਕੀ ਰੱਖਣਾ ਹੈ? ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹਨੇ ਚੱਲਣਾ ਤੇ ਸਿੱਖੀ ਤੋਂ ਉਲਟਿਆ, ਹਮੇਸ਼ਾ ਸਿੱਖੀ ਦਾ ਦੋਖੀ ਬਣਨਾ ਹੈ, ਪਰ ਇਹਦਾ ਨਾਮ ਰੱਖਣਾ ਹੈ ਧੀਰਮਲ। ਧੀਰਮਲ ਇਸ ਕਰਕੇ ਰੱਖਣਾ, ਇਹਨੂੰ ਕਿਤੇ ਧੀਰਜ ਆ ਜਾਏ, ਕਿਤੇ ਇਹਨੂੰ ਸਮਝ ਆ ਜਾਏ ਕਿ ਸਿੱਖੀ ਤੋਂ ਪਾਸੇ ਹੋ ਕੇ ਜੀਵਨ ਨਹੀਂ ਮਿਲਦਾ, ਸਗੋਂ ਖੱਚਟ ਹੋ ਜਾਈਦਾ, ਸਗੋਂ ਗਵਾਚ ਜਾਈਦਾ। ਵੇਖੋ ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਪ੍ਰਗਟ ਹੁੰਦੇ, ਬਾਬਾ ਮੱਖਣ ਸ਼ਾਹ ਪ੍ਰਗਟ ਕਰਦੇ ਆ। ਬਾਬਾ ਮੱਖਣ ਸ਼ਾਹ ਸਾਰੀ ਭੇਟਾਂ ਰੱਖ ਕੇ ਗਏ, 500 ਮੋਹਰਾਂ ਵੀ ਰੱਖੀਆਂ, ਹੋਰ ਬਹੁਤ ਕੁਝ ਸੇਵਾ 'ਚ ਰੱਖ ਕੇ ਗਏ ਤੇ ਧੀਰਮਲ ਜਿਹੜਾ ਸੀ ਉਹ ਸ਼ੀਹੇ ਮਸੰਦ ਦੇ ਰਾਹੀਂ ਸਤਿਗੁਰੂ ਤੇ ਗੋਲੀ ਚਲਾਉਂਦਾ ਪਿਆ, ਪਰ ਸਤਿਗੁਰੂ ਮਹਾਰਾਜ ਵਿੱਚ ਕੋਈ ਕੌੜਾ ਬਚਨ ਨਹੀਂ ਬੋਲਿਆ। ਗੁਰੂ ਤੇਗ ਬਹਾਦਰ ਮਹਾਰਾਜ ਦੇ ਪਿਤਾ ਕਹਿੰਦੇ ਨੇ ਕਿ ਨਾਮ ਧੀਰਮਲ ਰੱਖਣਾ, ਇਹਨੂੰ ਧੀਰਜ ਆ ਜਾਏ। ਸਤਿਗੁਰੂ ਮਹਾਰਾਜ ਵੀ ਕਹਿੰਦੇ ਨੇ ਭਲੇ ਧੀਰਮਲ, ਭਲੇ ਧੀਰਮਲ, ਭਲੇ ਧੀਰਮਲ ਧੀਰ, ਕਿਤੇ ਨੂੰ ਕਿਤੇ ਰੱਬ ਧੀਰਜ ਦੇ ਦੇਵੇ। ਇਹ ਪੈਸੇ ਨਾਲ ਢਿੱਡ ਨਹੀਂ ਭਰਿਆ, ਇਹ ਪੈਸਾ ਸਾਰੀ ਉਮਰ ਤੇਰੇ ਨਾਲ ਨਹੀਂ ਨਿਭਣਾ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਨਾਮ ਰੱਖਿਆ ਧੀਰਮਲ।
ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਸ ਤੋਂ ਬਾਅਦ ਕੀਰਤਪੁਰ ਸਾਹਿਬ ਆਉਂਦੇ ਆ। ਇੱਥੇ ਸਤਿਗੁਰੂ ਮਹਾਰਾਜ ਜੀ ਦੇ ਘਰ ਦੇ ਅੰਦਰ ਪੋਤਰੇ ਦਾ ਜਨਮ ਹੋਇਆ। ਬਾਬਾ ਗੁਰਦਿੱਤਾ ਜੀ ਦੇ ਘਰ ਦੂਸਰੀ ਸੰਤਾਨ ਦਾ, ਦੂਸਰੇ ਪੁੱਤਰ ਦਾ ਜਨਮ ਹੋਇਆ। ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇਖਣ ਵਾਸਤੇ ਗਏ। ਬਾਲਕ ਨੂੰ ਚੁੱਕਿਆ ਸਨ 1630 ਜਨਵਰੀ ਦਾ ਮਹੀਨਾ, 26 ਜਨਵਰੀ ਸਨ 1630 ਨੂੰ ਸਤਿਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਆ। ਬਾਬਾ ਬੁੱਢਾ ਸਾਹਿਬ ਜੀ ਦਾ ਚਲਾਣਾ 1631 ਦਾ 1 ਸਾਲ ਬਾਅਦ ਵਿੱਚ ਚੜ੍ਹਾਈ ਕਰਦੇ ਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਹਰ ਰਾਏ ਸਾਹਿਬ ਸਤਿਗੁਰਾਂ ਨੂੰ ਚੁੱਕਦੇ ਆ, ਹਲੇ ਦੇਖੋ ਬੱਚਾ ਅੱਜ ਜਨਮਿਆ ਤੇ ਨਾਮ ਨਹੀਂ ਰੱਖਿਆ ਜੀ, ਪਰ ਅਸੀਂ ਸਤਿਕਾਰ ਦੇ ਵਾਸਤੇ ਕਹਿੰਦੇ ਆ ਕਿ ਸਾਡੇ ਸਤਿਗੁਰੂ ਨੇ। ਸਤਿਗੁਰੂ ਮਹਾਰਾਜ ਜੀ ਨੇ ਬਾਲਕ ਨੂੰ ਚੁੱਕਿਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਨੇਤਰ ਚੁੱਕੇ। ਬਾਬਾ ਬੁੱਢਾ ਸਾਹਿਬ ਜੀ ਨੇ ਫਿਰ ਪੁੱਛਿਆ, ਕਹਿਣ ਲੱਗੇ ਸਤਿਗੁਰੂ ਅੱਜ ਨੇਤਰ ਚੁੱਕੇ? ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਅੱਜ ਹਰੀ ਆਪ ਆ ਗਿਆ ਹੈ। ਅੱਜ ਹਰੀ ਆਪ ਆ ਗਿਆ ਹੈ। ਤੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਨਾਮ ਕੀ ਰੱਖਣਾ? ਕਹਿੰਦੇ ਫਿਰ ਹਰ ਰਾਏ ਦਾ ਨਾਮ ਰੱਖਣਾ। ਸਤਿਗੁਰੂ ਮਹਾਰਾਜ ਜੀ ਦਾ ਨਾਮ ਹਰ ਰਾਏ ਰੱਖਿਆ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਉਹਨਾਂ ਨੇ ਬਹੁਤ ਪ੍ਰੇਮ ਕੀਤਾ, ਪੋਤਰਾ ਜਾਣ ਕਰਕੇ ਨਹੀਂ, ਕਿਉਂਕਿ ਉਹਨਾਂ ਦੇ ਅੰਦਰ ਅਗਲੀ ਜੋਤ ਟਿਕਣੀ ਹੈ। ਪੋਤਰਾ ਤੇ ਧੀਰਮਲ ਵੀ ਹੈ, ਪਰ ਸਭ ਤੋਂ ਜ਼ਿਆਦਾ ਪਿਆਰ ਸਤਿਗੁਰੂ ਮਹਾਰਾਜ ਹਰ ਰਾਏ ਜੀ ਨੂੰ ਕਰਦੇ ਆ। ਜੇਕਰ ਮਹਾਰਾਜ ਤਖਤ ਤੇ ਬੈਠਦੇ ਆ, ਨਾਲ ਆਪਣੇ ਪੋਤਰੇ ਹਰ ਰਾਏ ਜੀ ਨੂੰ ਵੀ ਬਿਠਾਉਂਦੇ ਆ, ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਬਾਹਰ ਟਹਿਲਣ ਵਾਸਤੇ ਜਾਂਦੇ ਆ, ਤੇ ਨਾਲ ਹੀ ਹਰ ਰਾਏ ਜੀ ਨੂੰ ਵੀ ਲੈ ਕੇ ਜਾਂਦੇ ਆ। ਇਤਿਹਾਸ ਦੇ ਵਿੱਚ ਘਟਨਾ ਮਿਲਦੀ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਤੁਰਦੇ ਪਏ ਨੇ ਬਾਗ। ਅੱਜ ਵੀ ਤੁਸੀਂ ਕੀਰਤਪੁਰ ਸਾਹਿਬ ਗੁਰਦੁਆਰਾ ਗੁਰੂ ਕਾ ਬਾਗ ਜਿੱਥੇ ਆ, ਬਾਬਾ ਗੁਰਦਿੱਤਾ ਜੀ ਦੇ ਰਾਹੀਂ ਉੱਥੇ ਬਾਗ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਲਵਾਇਆ। ਤੇ ਸਤਿਗੁਰੂ ਮਹਾਰਾਜ ਜੀ ਨੂੰ ਟਹਿਲਦੇ ਪਏ ਨੇ ਤੇ ਪਿੱਛੇ ਪਿੱਛੇ ਹਰ ਰਾਏ ਸਤਿਗੁਰੂ ਮਹਾਰਾਜ ਜੀ ਜਾਂਦੇ ਨੇ। ਇਤਿਹਾਸ ਕਹਿੰਦਾ ਹੈ ਕਿ ਗੁਰੂ ਹਰ ਰਾਏ ਸਾਹਿਬ ਮਹਾਰਾਜ ਦਾਦੇ ਦੇ ਵਾਂਗ ਚੋਲਾ ਵੀ ਬੜਾ ਵੱਡਾ ਪਹਿਨਦੇ ਆ। ਜੇ ਦਾਦਾ 52 ਕਲੀਆਂ ਦਾ ਚੋਲਾ ਪਹਿਨਦਾ ਹੈ ਤੇ ਪੋਤਰਾ ਧੰਨ ਗੁਰੂ ਹਰ ਰਾਏ ਸਾਹਿਬ ਮਹਾਰਾਜ 100 ਕਲੀਆਂ ਦਾ ਚੋਲਾ ਪਹਿਨਿਆ ਕਰਦੇ ਸੀ। ਇਸ਼ਨਾਨ ਕਰਨਾ, 100 ਘੜੇ ਦਾ ਇਸ਼ਨਾਨ ਕਰਨਾ, 100 ਕਲੀਆਂ ਦਾ ਚੋਲਾ ਪਹਿਨਣਾ। ਤੇ ਸਤਿਗੁਰੂ ਮਹਾਰਾਜ ਜੀ ਤੋਂ ਤੁਰਦੇ ਪਏ ਆ ਤੇ ਇੱਕ ਫੁੱਲ ਖਿੜਿਆ ਦੇਖਿਆ, ਬੇਰੁੱਤਾ ਜਿਹਾ ਉਹ ਫੁੱਲ ਦੇਖ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਰੁਕ ਗਏ। ਮਹਾਰਾਜ ਨੇ ਫੁੱਲ ਨੂੰ ਨਿਹਾਰਿਆ। ਫਿਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਅੱਗੇ ਤੁਰੇ, ਪਿੱਛੇ ਪਿੱਛੇ ਪੋਤਰਾ ਤੁਰਦਾ ਪਿਆ, ਪਿੱਛੇ ਪਿੱਛੇ ਹਰ ਰਾਏ ਸਤਿਗੁਰੂ ਜੀ ਤੁਰਦੇ ਆ। ਤੇ ਸਤਿਗੁਰੂ ਮਹਾਰਾਜ ਜੀ ਦੇ ਚੋਲੇ ਦੇ ਨਾਲ ਨਾ ਉਹ ਫੁੱਲ ਅੜਿਆ, ਟਾਹਣੀ ਅੜੀ ਤੇ ਉਹ ਫੁੱਲ ਟੁੱਟ ਕੇ ਥੱਲੇ ਡਿੱਗ ਪਿਆ। ਸਤਿਗੁਰੂ ਮਹਾਰਾਜ ਜੀ ਦੇ ਪਿੱਛੇ ਗਏ, ਔਰ ਜਦੋਂ ਪਰਤ ਕੇ ਵਾਪਸ ਆਏ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮਾਲੀ ਨੂੰ ਪੁੱਛਦੇ ਆ, ਜਦੋਂ ਜਾਂਦੇ ਪਏ ਸਾਂ ਤੇ ਫੁੱਲ ਬੜਾ ਸੋਹਣਾ ਖਿੜਿਆ ਸੀ, ਹੁਣ ਵਾਪਸ ਆਏ ਤੇ ਫੁੱਲ ਟੁੱਟ ਕਿਵੇਂ ਗਿਆ? ਸਤਿਗੁਰੂ ਮਹਾਰਾਜ ਅੱਗੇ ਹੱਥ ਜੋੜ ਕੇ ਉਸ ਮਾਲੀ ਨੇ ਆਖਿਆ, ਸਤਿਗੁਰੂ ਮਹਾਰਾਜ ਇਹ ਫੁੱਲ ਤੁਹਾਡੇ ਪੋਤਰੇ ਹਰ ਰਾਏ ਜੀ ਦੇ ਚੋਲੇ ਨਾਲ ਅੜ ਕੇ ਟੁੱਟਿਆ ਹੈ। ਸਤਿਗੁਰੂ ਮਹਾਰਾਜ ਨੇ ਝਿੜਕਿਆ ਨਹੀਂ, ਇੱਕ ਸਿੱਖਿਆ ਦਿੱਤੀ ਉੱਥੇ, ਜਿਹੜੀ ਸਾਰੀ ਜ਼ਿੰਦਗੀ ਗੁਰੂ ਹਰਰਾਏ ਸਾਹਿਬ ਮਹਾਰਾਜ ਨੇ ਉਸ ਸਿੱਖਿਆ ਨੂੰ ਕਮਾਇਆ। ਸਤਿਗੁਰੂ ਮਹਾਰਾਜ ਕੋਲ ਬੁਲਾਉਂਦੇ ਆ, ਕਹਿੰਦੇ ਨੇ ਲਾਲ ਜੀ, ਜਿਹੜੀਆਂ ਕੋਮਲ ਵਸਤੂਆਂ ਹੁੰਦੀਆਂ ਨੇ ਨਾ, ਕੋਮਲ ਹਿਰਦੇ ਹੁੰਦੇ ਨੇ, ਉਹਨਾਂ ਦੇ ਕੋਲ ਬੜਾ ਸੰਭਲ ਕੇ ਚੱਲੀਦਾ ਹੈ। ਦੂਸਰੀ ਗੱਲ ਸਤਿਗੁਰੂ ਮਹਾਰਾਜ ਜੀ ਨੇ ਕਈ ਕਹਿਣ ਲੱਗੇ, ਜਦੋਂ ਚੋਲੇ ਵੱਡੇ ਹੋਵਣ ਉਦੋਂ ਜ਼ਿੰਮੇਵਾਰੀਆਂ ਵੱਡੀਆਂ ਹੁੰਦੀਆਂ ਨੇ, ਸੰਕੋਚ ਕੇ ਚੋਲਾ ਚੱਲਣਾ। ਇਤਿਹਾਸ ਕਹਿੰਦਾ ਹੈ ਸਤਿਗੁਰੂ ਮਹਾਰਾਜ ਜਦੋਂ ਫਿਰ ਬਾਅਦ ਵਿੱਚ ਜਦੋਂ ਵੀ ਚੋਲਾ ਪਹਿਨ ਕੇ ਤੁਰਦੇ ਤੇ ਚੋਲੇ ਨੂੰ ਸੰਕੋਚ ਕਰਕੇ ਫੜ ਲੈਣਾ। ਤੇ ਫਿਰ ਸਤਿਗੁਰੂ ਗੁਰੂ ਹਰਰਾਏ ਸਾਹਿਬ ਮਹਾਰਾਜ ਜੀ ਨੇ ਸਾਰੀ ਜ਼ਿੰਦਗੀ ਉਸ ਸਿੱਖਿਆ ਨੂੰ ਕਮਾਇਆ। ਕਹਿਣ ਲੱਗੇ, ਜਿੱਦਾਂ ਵੱਡਾ ਚੋਲਾ ਹੈ, ਚੋਲੇ ਤੋਂ ਭਾਵ ਸਿੱਖੇ ਜਿੰਨੀ ਵੱਡੀ ਜ਼ਿੰਮੇਵਾਰੀ ਹੈ ਨਾ, ਇਹਨੂੰ ਨਿਭਾਉਣ ਵਾਸਤੇ ਜਿਹੜੀ ਯਾਦ ਸ਼ਕਤੀ ਹੈ, ਜਿਹੜਾ ਹਿਰਦਾ ਹੈ ਨਾ, ਇਹ ਵੀ ਉਨਾ ਹੀ ਵੱਡਾ ਚਾਹੀਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ 4 ਸਾਲ ਦੇ ਆ, ਗੁਰੂ ਹਰਰਾਏ ਜੀ। ਬਾਬਾ ਧੀਰਮਲ ਜਿਹੜੇ ਨੇ ਉਹ 8 ਸਾਲ ਦੇ ਹੋ ਚੁੱਕੇ ਨੇ, ਤੇ ਬਾਬਾ ਧੀਰਮਲ 8 ਸਾਲ ਦੀ ਉਮਰ ਦੇ ਵਿੱਚ ਕਰਤਾਰਪੁਰ, ਜਿਹੜਾ ਸਾਡੇ ਕੋਲ ਕਰਤਾਰਪੁਰ ਹੈ, ਇੱਥੇ ਆ ਕੇ ਉਹਨਾਂ ਨੇ ਗੱਦੀ ਲਾਉਣੀ ਸ਼ੁਰੂ ਕਰ ਦਿੱਤੀ ਸੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅਜੇ ਹੈ ਨਾ, 6ਵੇਂ ਪਾਤਸ਼ਾਹ ਮੌਜੂਦ ਆ ਸਰੀਰ ਕਰਕੇ, ਤੇ ਧੀਰਮਲ ਜਿਹੜਾ ਸੀ ਉਹਨੇ ਗੱਦੀ ਲਾਉਣੀ ਸ਼ੁਰੂ ਕਰ ਦਿੱਤੀ।
ਉਹਨੇ ਮੱਥੇ ਟਿਕਾਉਣੇ ਸ਼ੁਰੂ ਕਰ ਦਿੱਤੇ। ਗੁਰੂ ਅਰਜਨ ਦੇਵ ਮਹਾਰਾਜ ਨੇ ਜਿਹੜਾ ਪਹਿਲਾ ਸਰੂਪ ਭਾਈ ਗੁਰਦਾਸ ਸਾਹਿਬ ਜੀ ਤੋਂ ਲਿਖਾਇਆ ਸੀ, ਉਹ ਵੀ ਧੀਰਮਲ ਦੇ ਕੋਲ ਸੀ। ਅੱਜ ਵੀ ਹੈ, ਅੱਜ ਵੀ ਸ਼ਾਇਦ ਜਦੋਂ ਵਿਸਾਖੀ ਹੁੰਦੀ ਹੈ ਤੇ ਉਹ ਦਰਸ਼ਨ ਸਰੂਪ ਦੇ ਕਰਾਉਂਦੇ ਨੇ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਿਤੇ ਬਾਹਰ ਪ੍ਰਚਾਰ ਵਾਸਤੇ ਜਾਂਦੇ, ਤੇ ਕੀਰਤਪੁਰ ਦੀ ਜਿਹੜੀ ਸਾਰੀ ਜ਼ਿੰਮੇਵਾਰੀ ਸੀ ਉਹ ਬਾਬਾ ਗੁਰਦਿੱਤਾ ਜੀ ਨੂੰ ਦੇ ਕੇ ਜਾਂਦੇ ਆ। ਉਦੋਂ ਹਰ ਰਾਏ ਸਾਹਿਬ ਜੀ ਦੀ ਉਮਰ ਕੇਵਲ 4 ਖੇਡਦਿਆਂ ਹੋਇਆ ਬਾਬਾ ਗੁਰਦਿੱਤਾ ਜੀ ਕੀ ਦੇਖਦੇ ਆ ਕਿ ਝਾੜੀਆਂ ਇਹਨਾਂ ਦੀ ਆਵਾਜ਼ ਦਿਸੀ, ਮੈਂ ਫੋਨ ਸੁਣ ਰਿਹਾ, ਗੱਲ ਸੁਣਦੇ ਆ ਤੇ ਉਹਨਾਂ ਨੇ ਤੀਰ ਚਲਾ ਦਿੱਤਾ। ਬਾਬਾ ਗੁਰਦਿੱਤਾ ਜੀ ਉਹ ਤੀਰ ਚਲਾਉਂਦੇ ਆ ਤੇ ਜਦੋਂ ਕੋਲ ਜਾ ਕੇ ਵੇਖਿਆ ਕਿ ਕਿਹੜਾ ਜਾਨਵਰ ਸੀ ਜਿਹਨੂੰ ਤੀਰ ਵੱਜਿਆ, ਉਹ ਜਾਨਵਰ ਕੋਈ ਖੂੰਖਾਰ ਨਹੀਂ ਸੀ, ਉਹ ਕੇਵਲ ਇੱਕ ਗਾਂ ਸੀ। ਜਦੋਂ ਗਾਂ ਦੀ ਮੌਤ ਹੋਈ, ਜਿਹੜੇ ਲੋਕ ਸਨ ਲਾਗੇ ਰਹਿਣ ਵਾਲੇ ਉਹ ਵੀ ਉੱਥੇ ਇਕੱਠੇ ਹੋਏ ਤੇ ਉਹਨਾਂ ਨੇ ਆ ਕੇ ਵਿਰੋਧ ਕਰਨਾ ਸ਼ੁਰੂ ਕਰਤਾ। ਜੀ ਇਹ ਤਾਂ ਸਾਡੇ ਹਿੰਦੂ ਲੋਕ ਸਨ, ਉਹਨਾਂ ਦੀ ਆਸਥਾ ਜੁੜੀ। ਹਾਲਾਂਕਿ ਸਿੱਖੀ ਦਾ ਜਿਹੜਾ ਸਿਧਾਂਤ ਆ ਉਹ ਇਹ ਆ ਕਿ ਤੇਨ ਦੁੱਧੇ ਤੇ ਬਾਹਰੀ ਕਿਤੇ ਨਾ ਆਵੇ ਕਾਂ। ਗਾਂ ਦੁੱਧ ਦਿੰਦੀ ਆ, ਦੁੱਧ ਦੇ ਵਾਸਤੇ ਗਾਵਾਂ ਨੂੰ ਰੱਖਿਆ ਜਾਂਦਾ ਹੈ, ਮੱਝਾਂ ਨੂੰ ਰੱਖਿਆ ਜਾਂਦਾ ਹੈ। ਇਸ ਤੋਂ ਵੱਧ ਜਿਹੜੀ ਹੈ ਉਹ ਗਾਂ ਸਿੱਖਾਂ ਦੇ ਵਾਸਤੇ ਹੋਰ ਕੁਝ ਨਹੀਂ ਅਹਿਮੀਅਤ ਰੱਖਦੀ। ਪਰ ਹਿੰਦੂ ਧਰਮ ਦੇ ਵਿੱਚ ਗਾਂ ਨੂੰ ਮਾਂ ਕਹਿ ਕੇ ਪੁਕਾਰਦੇ ਆ। ਬਾਬਾ ਗੁਰਦਿੱਤਾ ਜੀ ਨੇ ਕਿਹਾ ਕਿ ਅਸੀਂ ਧਨ ਦੇ ਦਿੰਦੇ ਆ, ਅਸੀਂ ਗਾਂ ਨਹੀਂ ਲਿਆ ਕੇ ਦੇ ਦਿੰਦੇ ਆ। ਉਹਨਾਂ ਜਿੱਦ ਕਰ ਲਈ, ਨਹੀਂ ਜੀ ਤੁਸੀਂ ਤਾਂ ਗਊ ਹੱਤਿਆ ਕੀਤੀ ਆ। ਬਾਬਾ ਗੁਰਦਿੱਤਾ ਜੀ ਕੱਲਾ ਉਹਨਾਂ ਦਾ ਸਰੂਪ ਹੀ ਗੁਰੂ ਨਾਨਕ ਨਾਲ ਨਹੀਂ ਸੀ ਮਿਲਦਾ, ਉਹ ਜੀਵਨ ਭਰ ਉਹਨਾਂ ਨੇ ਬੰਦਗੀ ਕੀਤੀ। ਇਸੇ ਕਰਕੇ ਹੀ ਬਾਬਾ ਸ੍ਰੀ ਚੰਦ ਨੇ ਸਾਰੀ ਜ਼ਿੰਮੇਵਾਰੀ ਸੇਵਾ ਆਪਣੀ ਦੇ ਦਿੱਤੀ ਸੀ। ਬਾਬਾ ਗੁਰਦਿੱਤਾ ਜੀ ਨੇ ਫਿਰ ਗਾਂ ਜਿਉਂਦੀ ਕੀਤੀ ਉੱਥੇ। ਗਾਂ ਤੇ ਜਿਉਂਦੀ ਕਰਕੇ ਜਦੋਂ ਪਰਤ ਕੇ ਵਾਪਸ ਆਏ, ਜਿੱਥੇ ਸਾਈਂ ਬੁੱਢਣ ਸ਼ਾਹ ਦਾ ਅਸਥਾਨ, ਉੱਥੇ ਬਾਬਾ ਗੁਰਦਿੱਤਾ ਜੀ ਦਾ ਸਥਾਨ ਆ। ਸਤਿਗੁਰ ਮਹਾਰਾਜ ਜੀ ਦਾ ਪੁੱਤਰ ਜਾਣਦਾ ਏ ਕਿ ਪਹਿਲਾਂ ਮੇਰੇ ਭਰਾ ਨੇ, ਮੇਰੇ ਤੋਂ ਛੋਟੇ ਨੇ, ਬਾਬਾ ਅਟਲ ਰਾਏ ਨੇ ਮੋਹਨ ਨੂੰ ਜਿੰਦਾ ਕੀਤਾ ਸੀ। ਉਹ ਵੀ ਕਰਾਮਾਤ ਸੀ ਬਾਬਾ ਮੋਹਨ। ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿਹਾ ਸੀ, ਨਹੀਂ, ਸਿੱਖੀ ਦੇ ਵਿੱਚ ਕਰਾਮਾਤ ਨੂੰ ਕੋਈ ਥਾਂ ਨਹੀਂ, ਤੇ ਆਪਣੀ ਪ੍ਰਸਿੱਧੀ ਵਾਸਤੇ ਕਰਾਮਾਤ ਕਰਦੇ ਹੋ, ਉਹਦੇ ਵਾਸਤੇ ਸਿੱਖੀ ਵਿੱਚ ਥਾਂ ਕੋਈ ਨਹੀਂ। ਕਰਾਮਾਤ ਕਹਿਰ ਦਾ ਨਾਮ ਹੈ, ਜਾਂ ਤੁਸੀਂ ਸੰਸਾਰ ਤੋਂ ਜਾਓ ਜਾਂ ਅਸੀਂ ਚਲੇ ਜਾਂਦੇ ਹਾਂ। ਤੇ ਬਾਬਾ ਅਟਲ ਰਾਏ ਨੇ ਸਰੀਰ ਛੱਡਿਆ ਸੀ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅੱਜ ਉੱਥੇ ਵੀ ਨਹੀਂ, ਪਰ ਬਾਬਾ ਗੁਰਦਿੱਤਾ ਜੀ ਨੂੰ ਪਤਾ ਹੈ ਕਿ ਸਤਿਗੁਰੂ ਦਾ ਸੁਭਾਅ ਹੈ ਕਿ ਕਰਾਮਾਤ ਨਹੀਂ ਦਿਖਾਉਣੀ। ਬਾਬਾ ਗੁਰਦਿੱਤਾ ਜੀ ਇੱਕ ਨਿੰਮ ਦੀ ਟਾਹਣੀ ਉਹਨਾਂ ਨੇ ਉੱਥੇ ਗੱਡੀ, ਚਿੱਟਾ ਕੱਪੜਾ ਉਹਨਾਂ ਨੇ ਚਿਹਰੇ ਤੇ ਲਿਆ, ਲੇਟ ਕੇ ਤੇ ਉਹਨਾਂ ਨੇ ਸਵਾਸ ਤਿਆਗ ਦਿੱਤੇ। 4 ਸਾਲ ਦੀ ਉਮਰ ਗੁਰੂ ਹਰਿਰਾਏ ਸਾਹਿਬ ਤੇ 8 ਸਾਲ ਦੀ ਉਮਰ ਜਿਹੜੀ ਹੈ ਉਹ ਧੀਰਮਲ ਦੀ ਆ। ਸਤਿਗੁਰ ਮਹਾਰਾਜ ਜੀ ਨੂੰ ਪਤਾ ਲੱਗਿਆ ਕਿ ਪੁੱਤਰ ਵੱਡਾ ਚੜ੍ਹਾਈ ਕਰ ਗਿਆ ਹੈ। ਸਤਿਗੁਰ ਮਹਾਰਾਜ ਨੇ ਕਿਹਾ, ਨਹੀਂ, ਅਕਾਲ ਦਾ ਭਾਣਾ ਹੈ, ਸ਼ੁਕਰ ਹੈ ਉਹਦੀ ਵਾਸਤੇ, ਤੇ ਉਹ ਲੈ ਗਿਆ। ਸਤਿਗੁਰ ਮਹਾਰਾਜ ਜਦੋਂ ਸੰਸਕਾਰ ਕਰਨਾ ਹੈ ਬਾਬਾ ਗੁਰਦਿੱਤਾ ਜੀ ਦਾ, ਤੇ ਵੱਡੇ ਪੁੱਤਰ ਨੂੰ ਵੀ ਸੱਦਾ ਭੇਜਿਆ। ਧੀਰਮਲ ਨੇ ਮਨਾ ਕਰ ਦਿੱਤਾ, ਉਹਨੇ ਕਿਹਾ, ਨਹੀਂ, ਮੈਂ ਨਹੀਂ ਆਉਣਾ। ਉਹ ਉਸ ਵੇਲੇ ਵੀ ਆਪਣੀ ਗੱਦੀ ਲਾ ਕੇ ਬੈਠਾ ਤੇ ਮੱਥੇ ਟਿਕਾਉਂਦਾ ਪਿਆ, ਪਰ ਪਿਤਾ ਦੇ ਸੰਸਕਾਰ ਤੇ ਨਹੀਂ ਸੀ ਆਇਆ। ਸਤਿਗੁਰੂ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਹਿਰਦੇ ਵਿੱਚ ਇਹ ਵੀ ਗੱਲ ਕਰ ਗਈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੀ ਆਪ ਪਰਵਰਿਸ਼ ਕੀਤੀ। ਸਤਿਗੁਰੂ ਮਹਾਰਾਜ ਨੂੰ ਸ਼ਸਤਰ ਵਿਦਿਆ ਸਿਖਾਈ, ਮਹਾਰਾਜ ਜੀ ਨੂੰ ਘੋੜ ਸਵਾਰੀ ਸਿਖਾਈ, ਮਹਾਰਾਜ ਜੀ ਨੂੰ ਵੱਖ-ਵੱਖ ਭਾਸ਼ਾ ਦਾ ਜਿਹੜਾ ਗਿਆਨ ਸੀ ਉਹ ਕਰਵਾਇਆ। ਤੇ ਜਿੱਦਣ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਚਲਾਣਾ ਹੁੰਦਾ ਹੈ, ਮਹਾਰਾਜ ਜੋਤੀ ਜੋਤ ਸਮਾਉਂਦੇ ਆ ਸਨ 1644, ਤੇ ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਉਦੋਂ ਕੇਵਲ 14 ਸਾਲ ਦੀ ਉਮਰ ਹੈ। ਵੱਡੇ ਛੋਟੇ ਪੁੱਤਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਵੀ ਸਾਹਮਣੇ ਬੈਠੇ ਨੇ। ਤੇ ਜਿੱਦਣ ਗੁਰਤਾ ਗੱਦੀ ਦਿੱਤੀ, ਆਪਣੇ ਪੋਤਰੇ ਨੂੰ ਕਿਸੇ ਨੇ ਵਿਰੋਧ ਨਹੀਂ ਕੀਤਾ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪੁੱਤਰ ਧੰਨ ਗੁਰੂ ਤੇਗ ਬਹਾਦਰ ਨੇ ਵੀ ਮੱਥਾ ਟੇਕ ਦਿੱਤਾ। ਇਹ ਨਹੀਂ ਕਿਹਾ ਕਿ ਮੈਂ ਪੁੱਤਰੇ, ਮੈਨੂੰ ਮਿਲਣੀ ਚਾਹੀਦੀ ਸੀ। ਹਾਲਾਂਕਿ 9ਵੇਂ ਜਾਮੇ ਦੇ ਵਿੱਚ, 9ਵੇਂ ਸਰੂਪ ਦੇ ਵਿੱਚ ਜਾ ਕੇ ਮਿਲਦੀ ਆ, ਪਰ ਸਤਿਗੁਰੂ ਮਹਾਰਾਜ ਪੋਤਰੇ ਨੂੰ ਦਿੰਦੇ ਆ। ਤੇ ਅੱਗੇ ਜਾ ਕੇ ਪੋਤਰਾ ਧੰਨ ਗੁਰੂ ਹਰਕ੍ਰਿਸ਼ਨ ਮਹਾਰਾਜ ਫਿਰ ਦਾਦੇ ਨੂੰ ਗੁਰਤਾ ਗੱਦੀ ਦਿੰਦਾ ਪਿਆ। ਸਤਿਗੁਰੂ ਮਹਾਰਾਜ ਜੀ ਨੂੰ ਹੁਕਮ ਕੀਤਾ ਕਿ ਤੁਸੀਂ ਬਕਾਲੇ ਚਲੇ ਜਾਣਾ ਹੈ। ਮਾਤਾ ਨਾਨਕੀ ਦਾ ਇਹ ਪੇਕਾ ਪਿੰਡ ਹੈ ਬਕਾਲਾ। ਮਾਤਾ ਨਾਨਕੀ, ਮਾਤਾ ਗੁਜਰੀ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਫਿਰ ਬਕਾਲੇ ਆ ਜਾਂਦੇ ਆ। ਇੱਥੇ ਫਿਰ 26 ਸਾਲ 9 ਮਹੀਨੇ 13 ਦਿਨ ਦਾ ਲੰਮਾ ਸਮਾਂ ਦਾ ਤਪ ਕੀਤਾ ਧੰਨ ਗੁਰੂ ਤੇਗ ਬਹਾਦਰ ਜੀ ਨੇ। ਉਧਰ ਸਤਿਗੁਰੂ ਮਹਾਰਾਜ ਅਕਾਲ ਚਲਾਣੇ ਤੋਂ ਪਹਿਲਾਂ ਮਹਾਰਾਜ ਜੀ ਨੇ ਹੁਕਮਨਾਮੇ ਭੇਜੇ, ਸਿੱਖ ਸੰਗਤਾਂ ਉੱਥੇ ਸੱਦੀਆਂ। ਸਤਿਗੁਰੂ ਮਹਾਰਾਜ ਜੀ ਦੀ ਹਜ਼ੂਰੀ ਵਿੱਚ 3 ਦਿਨ ਲਗਾਤਾਰ
ਬਿਨਾਂ ਰੁਕੇ ਜਿਹੜਾ ਸੀ ਉਹ ਗੁਰਬਾਣੀ ਦਾ ਕੀਰਤਨ ਹੁੰਦਾ ਰਿਹਾ। ਗੁਰਤਾ ਗੱਦੀ ਦੇਣ ਤੋਂ ਬਾਅਦ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੋਤੀ ਜੋਤ ਸਮਾਉਂਦੇ ਆ। ਧੀਰ ਮੱਲ ਨੇ ਸਰਕਾਰੀ ਦਰਬਾਰੇ ਪਹੁੰਚ ਕੀਤੀ। ਉਹਨੇ ਸ਼ਾਹਜਹਾਨ ਨੂੰ ਜਾ ਕੇ ਕਿਹਾ ਕਿ ਉਹ ਵੱਡਾ ਮੈਂ ਸੀ, ਹੱਕ ਮੇਰਾ ਬਣਦਾ ਸੀ। ਉਹਨੇ ਵੀ ਕਿਹਾ ਕਿ ਜਿੱਥੇ ਤੂੰ ਰਹਿਣਾ ਹੈ ਇੰਦੀ ਜ਼ਗੀਰ ਦਾ ਪਟਾ ਤੇਰੇ ਨਾਮ ਲਿਖ ਦੇਣਾ, ਪਰ ਤੁਹਾਡੇ ਮਸਲੇ ਵਿੱਚ ਮੈਂ ਦਖਲ ਨਹੀਂ ਦੇਵਾਂਗਾ। ਕਰਤਾਰਪੁਰ ਦੀ ਜਿਹੜੀ ਜ਼ਮੀਨ ਦਾ ਪਟਾ ਸੀ ਉਹ ਸ਼ਾਹਜਹਾਨ ਨੇ ਧੀਰ ਮੱਲ ਦੇ ਨਾਂ ਦੇ ਉੱਤੇ ਲਿਖ ਦਿੱਤਾ ਸੀ। ਸਤਿਗੁਰੂ ਗੁਰੂ ਹਰਿਰਾਏ ਸਾਹਿਬ ਮਹਾਰਾਜ ਬਿਲਕੁਲ ਕੋਮਲ ਹਿਰਦੇ ਦੇ ਮਾਲਕ ਸੱਚੇ ਪਾਤਸ਼ਾਹ ਮਹਾਰਾਜ ਨੇ 2200 ਘੋੜ ਸਵਾਰ ਰੱਖਿਆ। ਜੰਗ ਇੱਕ ਨਹੀਂ ਕੀਤੀ ਪਰ 2200 ਘੋੜ ਸਵਾਰ ਰੱਖਿਆ। ਜੇ ਤਾਕਤ ਦਿਖਾਉਣ ਦੀ ਲੋੜ ਆ ਤੇ ਮਹਾਰਾਜ ਨੇ ਉੱਥੇ ਦਿਖਾਈ ਵੀ ਆ। ਜੇਕਰ ਦਾਰਾ ਸ਼ਿਕੋ ਉਹਨੇ ਦਰਿਆ ਪਾਰ ਕਰਨਾ ਸੀ ਗੋਇੰਦਵਾਲ ਦਾ, ਤੇ ਸਤਿਗੁਰੂ ਮਹਾਰਾਜ ਨੂੰ ਚਿੱਠੀ ਭੇਜੀ ਸੀ, ਮਹਾਰਾਜ ਕਿਰਪਾ ਕਰੋ ਮੈਨੂੰ ਦਰਿਆ ਪਾਰ ਕਰਾ ਦਿਓ, ਪਿੱਛੇ ਫੌਜ ਆਉਂਦੀ ਆ, ਤੁਸੀਂ ਫੌਜ ਰੋਕ ਦਿਓ। ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ 2200 ਘੋੜ ਸਵਾਰ ਨੂੰ ਲਾ ਕਰਕੇ ਉਹਨੂੰ ਦਰਿਆ ਪਾਰ ਕਰਵਾਇਆ। ਤੇ ਜਿਹੜੀ ਪਿੱਛੋਂ ਔਰੰਗਜ਼ੇਬ ਦੀ ਫੌਜ ਹੁੰਦੀ ਸੀ ਮਹਾਰਾਜ ਨੇ ਉਹਨੂੰ ਵੀ ਰੁਕਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਵਿੱਚੋਂ ਅਸੀਂ ਪੜ੍ਹਦੇ ਆ ਕਿ ਮਹਾਰਾਜ ਜੇਕਰ ਸ਼ਿਕਾਰ ਖੇਡਣ ਵਾਸਤੇ ਜਾਂਦੇ ਗੁਰੂ ਹਰਿਰਾਏ ਸਾਹਿਬ ਮਹਾਰਾਜ, ਤੇ ਸ਼ਿਕਾਰ ਖੇਡਦੇ ਆ ਕਿਸੇ ਜਾਨਵਰ ਨੂੰ ਮਾਰ ਕੇ ਨਹੀਂ ਆਉਂਦੇ, ਪਰ ਦੇਖਦੇ ਜੇਕਰ ਕੋਈ ਜਾਨਵਰ ਜੰਗਲ ਦੇ ਵਿੱਚ ਜ਼ਖਮੀ ਹੈ ਭਾਵੇਂ ਕਿੰਨਾ ਵੀ ਖੁੰਖਾਰ ਕਿਉਂ ਨਾ ਹੋਵੇ, ਮਹਾਰਾਜ ਜੀ ਨੇ ਸਿੱਖਾਂ ਨੂੰ ਕਹਿ ਕੇ ਉਹਨੂੰ ਚੁੱਕ ਕੇ ਲੈ ਆਉਣਾ, ਉਹਦੀ ਮਲਮ ਪੱਟੀ ਕਰਨੀ, ਉਹਦਾ ਇਲਾਜ ਕਰਨਾ। ਤੇ ਇੱਕ ਰੱਖ ਬਣਾਈ ਹੋਈ ਸੀ ਕੀਰਤਪੁਰ ਦੇ ਇਲਾਕੇ ਵਿੱਚ, ਉੱਥੇ ਉਹ ਜਾਨਵਰ ਜਿਹੜੇ ਸੀ ਉਹ ਛੱਡ ਦੇਣੇ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਇੱਕ ਦਵਾਖਾਨਾ ਖੋਲਿਆ। ਜਿੰਨੀਆਂ ਧੂਮਾਂ ਜਿਹੜੀਆਂ ਸੀ ਉਹ ਸਾਰੇ ਸਮੁੱਚੇ ਜਗਤ ਵਿੱਚ ਪੈ ਗਈਆਂ। ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਦਵਾਖਾਨੇ ਵਿੱਚ ਨਾ ਹਰ ਤਰ੍ਹਾਂ ਦੀ ਦਵਾਈ ਮਿਲ ਜਾਂਦੀ ਸੀ, ਹਰ ਤਰ੍ਹਾਂ ਦੇ ਰੋਗ ਦਾ ਇਲਾਜ ਕੀਤਾ ਜਾਂਦਾ ਸੀ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ ਤੇ ਸ਼ਾਹਜਹਾਨ ਦਾ ਪੁੱਤਰ ਦਾਰਾ ਸ਼ਿਕੋ, ਉਹਦੇ ਵੱਡੇ ਭਰਾ ਔਰੰਗਜ਼ੇਬ ਨੇ ਸ਼ੇਰ ਦੀ ਮੁੱਛ ਦਾ ਵਾਲ ਉਹਨੂੰ ਦੇ ਦਿੱਤਾ, ਚੌਲਾਂ ਦੇ ਵਿੱਚ ਪੁਲਾਓ ਦੇ ਵਿੱਚ ਦੇ ਦਿੱਤਾ। ਔਰ ਇਸ ਕਰਕੇ ਵਾਲ ਦਿੱਤਾ ਕਿਉਂਕਿ ਪਤਾ ਕੋਈ ਨਹੀਂ ਸੀ ਲੱਗਣਾ, ਜੇਕਰ ਮਰ ਗਿਆ ਤੇ ਕੋਈ ਸ਼ੱਕ ਨਹੀਂ ਆਏਗਾ। ਜੇ ਪਤਾ ਵੀ ਲੱਗ ਗਿਆ ਤੇ ਕਹਿ ਸਕਦਾ ਸੀ ਕਿ ਮੈਨੂੰ ਕੋਈ ਨਹੀਂ ਪਤਾ, ਕਤਲ ਦਾ ਕੇਸ ਨਹੀਂ ਸੀ ਬਣਦਾ ਉਹਦੇ ਤੇ। ਉਹਨੇ ਵਾਲ ਦਿੱਤਾ। ਉਹ ਵਾਲ ਜਿਹੜਾ ਸੀ ਉਹ ਜਿਗਰ ਦੇ ਨਾਲ ਜਾ ਕੇ ਦਾਰਾ ਸ਼ਿਕੋ ਦੇ ਲੱਗ ਗਿਆ। ਦਾਰਾ ਸ਼ਿਕੋ ਦਿਨ ਪ੍ਰਤੀ ਦਿਨ ਸੁੱਕਣਾ ਸ਼ੁਰੂ ਹੋ ਗਿਆ, ਸਰੀਰ ਕਮਜ਼ੋਰ ਹੋ ਗਿਆ। ਉਹਦੇ ਪਿਤਾ ਨੇ ਦੁਨੀਆ ਦੇ ਸਾਰੇ ਵੈਦ ਇਕੱਠੇ ਕਰਕੇ ਆਪਣੇ ਪੁੱਤਰ ਦੇ ਸਿਰਹਾਣੇ ਬਿਠਾ ਦਿੱਤੇ ਤੇ ਕਿਹਾ ਕਿ ਮੇਰੇ ਪੁੱਤਰ ਦੀ ਜ਼ਿੰਦਗੀ ਬਚਣੀ ਚਾਹੀਦੀ, ਪਰ ਇਲਾਜ ਕੋਈ ਵੀ ਸਫਲ ਨਹੀਂ ਹੋਇਆ। ਉੱਥੇ ਫਿਰ ਸਿਆਣੇ ਜਿਹੜੇ ਵੈਦ ਸਨ ਉਹਨਾਂ ਨੇ ਕਿਹਾ, ਕਹਿੰਦੇ ਜੇਕਰ ਬੱਚੇ ਨੂੰ ਬਚਾਉਣਾ, ਜੇ ਪੁੱਤਰ ਨੂੰ ਬਚਾਉਣਾ, ਦੋ ਚੀਜ਼ਾਂ ਖਾਸ ਕਿਸਮ ਦੀਆਂ ਚਾਹੀਦੀਆਂ ਨੇ। ਕਿਹੜੀਆਂ? ਕਹਿੰਦੇ ਇੱਕ ਲੌਂਗ ਤੇ ਇੱਕ ਹਰੜ। ਉਹ ਖਾਸ ਵਜਨ ਦੀ ਹੋਣੀ ਚਾਹੀਦੀ, ਤੋਲਾ ਹਰੜ ਤੋਲਾ ਲੌਂਗ ਹੋਵੇ। ਕਹਿੰਦੇ ਕਿੱਥੋਂ ਮਿਲੇਗਾ, ਮੈਂ ਮੰਗਾ ਦੇਣਾ। ਕਹਿੰਦੇ ਕਿਤੇੋਂ ਨਹੀਂ ਮਿਲ ਸਕਦਾ, ਕੇਵਲ ਗੁਰੂ ਹਰਿਰਾਏ ਸਾਹਿਬ ਮਹਾਰਾਜ ਉਹਨਾਂ ਦੇ ਦਵਾਖਾਨੇ ਵਿੱਚੋਂ ਮਿਲ ਸਕਦਾ ਜੀ। ਹੁਣ ਕਿਵੇਂ ਰਾਜਾ ਚੁੱਕੇ, ਪਰ ਪੁੱਤਰ ਦੇ ਮੂੰਹ ਕਰਕੇ ਰਾਜਾ ਸ਼ਾਹਜਹਾਂ ਚੁੱਕਿਆ। ਉਹਨੇ ਚਿੱਠੀ ਲਿਖ ਕੇ ਆਪਣੇ ਵਜ਼ੀਰਾਂ ਦੇ ਰਾਹੀਂ ਭੇਜੀ ਤੇ ਬਹੁਤ ਸਾਰਾ ਧਨ ਨਾਲ ਭੇਜਿਆ। ਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੂੰ ਕਿਹਾ ਕਿ ਜੇਕਰ ਤੁਸੀਂ ਆਪ ਕਿਰਪਾ ਕਰ ਦਿਓ, ਇਹ ਦੋਵੇਂ ਚੀਜ਼ਾਂ ਸਾਨੂੰ ਦੇ ਦਿਓ ਤੇ ਨਾਲੇ ਆਪ ਤੋਹਫੇ ਜਿਹੜੇ ਨੇ ਇਹ ਪ੍ਰਵਾਨ ਕਰਿਓ। ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਨੇ ਉਹਨਾਂ ਨੇ ਕਿਹਾ ਨਹੀਂ, ਇਹ ਮੁੱਲ ਵੇਚਣ ਵਾਸਤੇ ਨਹੀਂ, ਪਰ ਜੇਕਰ ਤੁਸੀਂ ਆਦਤ ਹੋ ਕੇ ਆਏ ਤਾਂ ਅਸੀਂ ਦਾਨ ਜ਼ਰੂਰ ਦੇਵਾਂਗੇ। ਸਤਿਗੁਰੂ ਮਹਾਰਾਜ ਨੇ ਉਹ ਲੌਂਗ ਤੇ ਹਰੜ ਦਿੱਤਾ, ਇੱਕ ਮੋਤੀ ਆਪਣੇ ਕੋਲੋਂ ਹੋਰ ਦਿੱਤਾ, ਕਿਹਾ ਇਹਨੂੰ ਵੀ ਪੀਸ ਕੇ ਦਵਾਈ ਵਿੱਚ ਪਾ ਕੇ ਦਿਓ, ਇਹਨੂੰ ਛੇਤੀ ਆਰਾਮ ਆਵੇਗਾ। ਦਾਰਾ ਸ਼ਿਕੋ ਫਿਰ ਉਸ ਤੋਂ ਬਾਅਦ ਵਿੱਚ ਠੀਕ ਹੋਇਆ ਤੇ ਉਹਨੇ ਸ਼ੁਕਰਾਨੇ ਦੇ ਵਿੱਚ ਜਿਹੜਾ ਸ਼ਾਹਜਹਾਂ ਸੀ ਉਹਨੇ ਸਤਿਗੁਰੂ ਮਹਾਰਾਜ ਜੀ ਦੇ ਸ਼ੁਕਰਾਨੇ ਵਿੱਚ ਫਿਰ ਨਜ਼ਰਾਨੇ ਜ਼ਰੂਰ ਭੇਜੇ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਇੰਨੇ ਪ੍ਰੇਮ ਦੇ ਵਿੱਚ ਭਿੱਜੇ ਸਨ ਕਿ ਜੇਕਰ ਕਿਸੇ ਨੇ ਬੇਨਤੀ ਕਰਨੀ ਨਾ ਕਿ ਸਤਿਗੁਰੂ ਮਹਾਰਾਜ ਸਾਡੇ ਘਰ ਦੇ ਵਿੱਚ ਚਰਨ ਪਾਓ, ਤੇ ਮਹਾਰਾਜ ਨੇ ਜ਼ਰੂਰ ਜਾਣਾ। ਸਤਿਗੁਰੂ ਮਹਾਰਾਜ ਜੀ ਦੇ ਸਮੇਂ ਤੇ ਇੱਕ ਮਾਈ ਹੋਈ ਹੈ, ਉਹਦਾ ਨਾਮ ਸੀ ਮਾਈ ਤਾਬੋ। ਦੇਖੋ ਪ੍ਰੇਮ ਦੀ ਖੇਡ ਕਿੰਨੀ ਆ। ਜਿੱਥੇ ਸਤਿਗੁਰੂ ਮਹਾਰਾਜ ਜੀ ਦੇ ਨਾਲ ਪ੍ਰੇਮ ਪੈ ਜਾਂਦਾ ਹੈ, ਉੱਥੇ ਪਿੱਛੇ ਹੋਰ ਗੱਲਾਂ ਸਾਰੀਆਂ ਪਿੱਛੇ ਰਹਿ ਜਾਂਦੀਆਂ ਨੇ। ਉਹਨੇ ਗਰੀਬ ਦੀ ਵਿਚਾਰੀ ਬਜ਼ੁਰਗ ਮਾਈ, ਉਹਨੇ ਮਨ ਦੇ ਵਿੱਚ ਰੋਜ਼ ਅਰਦਾਸਾਂ ਕਰਨੀਆਂ। ਕਦੇ ਸਤਿਗੁਰੂ ਮਹਾਰਾਜ ਜੀ ਦੇ ਦੀਵਾਨ ਦੇ ਵਿੱਚ ਵੀ ਆ ਕੇ ਬੈਠਣਾ ਤੇ ਉਦੋਂ ਵੀ ਮਨ ਦੇ ਵਿੱਚ ਅਰਦਾਸ ਹੋਣੀ ਕਿ ਸਤਿਗੁਰੂ ਮਹਾਰਾਜ, ਮੈਂ ਚਾਹੁੰਦੀ ਆ ਕਿ ਤੁਸੀਂ ਮੇਰੇ ਘਰੋਂ ਆ ਕੇ ਪ੍ਰਸ਼ਾਦਾ ਛਕੋ।
ਪਰ ਜਦੋਂ ਆਪਣੇ ਘਰ ਵੱਲੇ ਦੇਖਣਾ ਤੇ ਉਦੋਂ ਮਨ ਦੇ ਵਿੱਚ ਆਉਣਾ ਕਿ ਨਹੀਂ, ਜਦੋਂ ਸਤਿਗੁਰੂ ਮਹਾਰਾਜ ਜਾਂਦੇ ਆ ਨਾ ਕਿਤੇ ਤੇ ਉਦੋਂ 2200 ਘੋੜ ਸਵਾਰ ਨਾਲ ਜਾਂਦਾ ਹੈ। ਮਹਾਰਾਜ ਜੀ ਦੇ ਨਾਲ ਹਮੇਸ਼ਾ ਫੌਜ ਰਹਿਣੀ। ਉਦੋਂ ਬਹੁਤ ਸਾਰੇ ਸਿੱਖ ਵੀ ਨਾਲ ਜਾਂਦੇ ਆ ਤੇ ਮੈਂ ਗਰੀਬੜੀ ਇੰਨੇ ਸਿੱਖਾਂ ਨੂੰ ਕਿਵੇਂ ਪ੍ਰਸ਼ਾਦਾ ਛਕਾ ਸਕਦੀ ਆ। ਪਰ ਮਨ ਦੇ ਵਿੱਚ ਅਰਦਾਸ ਜ਼ਰੂਰ ਹੋਣੀ, ਕਿਉਂਕਿ ਦੇਖੋ ਸਤਿਗੁਰੂ ਮਹਾਰਾਜ ਜੀ ਨੂੰ ਹਮੇਸ਼ਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਇਹ ਹੁਕਮ ਸੀ ਕਿ ਘੋੜ ਸਵਾਰ ਹਮੇਸ਼ਾ ਨਾਲ ਰੱਖਣੇ, ਫੌਜ ਤਿਆਰ ਬਰ ਤਿਆਰ ਰਹਿਣਾ। ਜਦੋਂ ਵੀ ਕਿਤੇ ਲੋੜ ਪਏ ਇਹ ਨਾ ਹੋਵੇ ਕਿ ਫੌਜ ਤਿਆਰ ਨਾ ਹੋਵੇ ਤੇ ਦੁਸ਼ਮਣ ਹਮਲਾ ਕਰ ਦੇਵੇ। ਇੱਥੋਂ ਤੱਕ ਕਿ ਸਤਿਗੁਰੂ ਮਹਾਰਾਜ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਿੱਖ ਨੇ ਭਾਈ ਦਾਸਾ ਜੀ, ਕਸ਼ਮੀਰ ਦੇ ਰਹਿਣ ਵਾਲੇ, ਤੇ ਉਹਨਾਂ ਨੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੇਵਾ ਵੀ ਕੀਤੀ। ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਵੀ ਚਰਨ ਪਰਸੇ ਤੇ ਮਹਾਰਾਜ ਜੀ ਦੇ ਚਰਨਾਂ 'ਚ ਇੱਕ ਦਿਨ ਬੇਨਤੀ ਕੀਤੀ ਸੀ। ਭਾਈ ਦਾਸਾ ਜੀ ਨੇ ਕਹਿਣ ਲੱਗੇ, ਸਤਿਗੁਰੂ ਕਿਰਪਾ ਕਰਿਓ, ਜਿੱਦਣ ਮੇਰਾ ਅੰਤ ਹੋਵੇ, ਜਿੱਦਣ ਮੇਰੀ ਜ਼ਿੰਦਗੀ ਦਾ ਆਖਰੀ ਸਾਹ ਹੋਵਨ, ਮੈਂ ਚਾਹੁੰਦਾ ਵਾਂ ਕਿ ਉਹ ਸਾਹ ਮੈਂ ਤੁਹਾਡੀ ਹਜ਼ੂਰੀ ਵਿੱਚ ਲਵਾਂ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਬਿਲਕੁਲ ਅਸੀਂ ਜ਼ਰੂਰ ਹੋਵਾਂਗੇ, ਤੂੰ ਕਿਤੇ ਵੀ ਹੋਵੇਂ ਅਸੀਂ ਤੇਰੇ ਕੋਲ ਜ਼ਰੂਰ ਪਹੁੰਚ ਜਾਵਾਂਗੇ। ਭਾਈ ਦਾਸਾ ਜੀ ਜਦੋਂ ਅੰਤਮ ਸਮਾਂ ਆਇਆ, ਉਸ ਤੋਂ ਪਹਿਲਾਂ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਮਹਾਰਾਜ ਕਸ਼ਮੀਰ ਜਾਂਦੇ ਆ ਤੇ ਕਸ਼ਮੀਰ ਜਾ ਕਰਕੇ ਸਤਿਗੁਰੂ ਮਹਾਰਾਜ ਨੇ ਭਾਈ ਦਾਸਾ ਜੀ ਦੇ ਗ੍ਰਹਿ ਵਿਖੇ 2-2.5 ਮਹੀਨੇ ਲਗਾਤਾਰ ਉੱਥੇ ਰਹੇ। ਤੇ ਭਾਈ ਦਾਸਾ ਸਤਿਗੁਰੂ ਮਹਾਰਾਜ ਉਹਨਾਂ ਦੇ ਨਾਲ ਘੋੜ ਸਵਾਰ ਤੇ ਬਹੁਤ ਸਾਰੀ ਸਿੱਖ ਸੰਗਤ, ਉਹਨਾਂ ਨੇ 2-2.5 ਮਹੀਨੇ ਸਤਿਗੁਰੂ ਮਹਾਰਾਜ ਜੀ ਦੀ ਸੇਵਾ ਕੀਤੀ। ਤੇ ਭਾਈ ਦਾਸਾ ਜੀ ਜਿੱਦਣ ਚੜ੍ਹਾਈ ਕਰਦੇ ਆ, ਗੁਰੂ ਹਰਿਰਾਏ ਸਾਹਿਬ ਮਹਾਰਾਜ 7ਵੇਂ ਪਾਤਸ਼ਾਹ, ਉਹਨਾਂ ਨੇ ਆਪਣੇ ਹੱਥੀਂ ਫਿਰ ਭਾਈ ਦਾਸਾ ਦਾ ਸੰਸਕਾਰ ਕੀਤਾ। ਤੇ ਭਾਈ ਦਾਸਾ ਜੀ ਜਿਹੜੇ ਨੇ ਉਹਨਾਂ ਦਾ ਪੁੱਤਰ ਵੀ ਸਿੱਖੀ ਦਾ ਮਹਾਨ ਪ੍ਰਚਾਰਕ ਤੇ ਸਿੱਖੀ ਤੇ ਸ਼ਰਧਾ ਰੱਖਣ ਵਾਲਾ ਹੋਇਆ, ਜਿਨ੍ਹਾਂ ਨੂੰ ਅਸੀਂ ਸਤਿਕਾਰ ਦੇ ਨਾਲ ਕਹਿੰਦੇ ਬਾਬਾ ਮੱਖਣ ਸ਼ਾਹ ਦਬਾਨਾ। ਬਾਬਾ ਮੱਖਣ ਸ਼ਾਹ ਜੀ ਦੇ ਪਿਤਾ ਨੇ ਭਾਈ ਦਾਸਾ, ਤੇ ਭਾਈ ਦਾਸਾ ਜੀ ਦਾ ਸੰਸਕਾਰ ਜਿਹੜਾ ਹੈ ਉਹ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਆਪਣੇ ਹੱਥੀਂ ਕੀਤਾ। ਮੈਂ ਕਈ ਵਾਰੀ ਹੈਰਾਨ ਹੁੰਨਾ ਕਿ ਜਦੋਂ ਪ੍ਰਸੰਗ ਸੁਣਾਇਆ ਜਾਂਦਾ ਹੈ ਨਾ ਜੀ, ਬੇੜਾ ਡੋਲਦਾ ਹੈ ਬਾਬਾ ਮੱਖਣ ਸ਼ਾਹ ਦਾ, ਤੇ ਉੱਥੇ ਕਵੀ ਜਿਹੜਾ ਹੈ ਵੀ ਚਲੋ ਉਹਦੇ ਮਨ ਦੀ ਉਡਾਰੀ ਆ ਭਾਵੇਂ, ਪਰ ਉੱਥੇ ਉਹ ਕਹਿੰਦਾ ਜੀ ਉਹਨੇ ਬਾਬਾ ਮੱਖਣ ਸ਼ਾਹ ਨੇ ਬੜੇ ਦੇਵੀ ਦੇਵਤੇ ਉਹਨਾਂ ਨੂੰ ਧਿਆਇਆ, ਬੜੀਆਂ ਅਰਦਾਸਾਂ ਕੀਤੀਆਂ, ਅੱਖਾਂ ਅਥਰੂਆਂ ਨਾਲ ਭਰ ਆਈਆਂ, ਡਰਨ ਲੱਗ ਪਏ। ਤੇ ਉਹਨਾਂ ਨੇ ਫਿਰ ਜਾ ਕੇ ਕਿਸੇ ਨੇ ਕਿਹਾ ਕਿ ਨਹੀਂ, ਗੁਰੂ ਨਾਨਕ ਦੇ ਚਰਨਾਂ 'ਚ ਅਰਦਾਸ ਕਰੋ। ਮੈਂ ਉਹਨਾਂ ਨੂੰ ਰੋਕ ਕੇ ਬਿਠਾ ਕੇ ਕੋਲ ਕਹਿੰਦਾ, ਨਹੀਂ ਦੇਖ ਸਿੱਖਾ, ਉਹ ਸਤਿਗੁਰੂ ਮਹਾਰਾਜ ਜੀ ਦੇ ਅਨੰਨ ਸੇਵਕ ਨੇ, ਉਹਨਾਂ ਦਾ ਭਰੋਸਾ ਗੁਰੂ ਨਾਨਕ ਦੇਵ ਮਹਾਰਾਜ ਜੀ ਤੇ ਇੰਨਾ ਹੈ, ਜਹਾਜ਼ ਭਾਵੇਂ ਡੋਲਦਾ ਪਰ ਉਹਨਾਂ ਦਾ ਮਨ ਉੱਥੇ ਵੀ ਇਕਾਗਰ ਆ। ਡੋਲਦੇ ਜਹਾਜ਼ ਵਿੱਚ ਸਿੱਖ ਇਤਿਹਾਸ ਕਹਿੰਦੇ ਭਾਈ ਸੰਤੋਖ ਸਿੰਘ, ਜਹਾਜ਼ ਡੋਲਦਾ ਹੈ ਤੇ ਡੋਲਦੇ ਜਹਾਜ਼ 'ਚ ਇਕਾਗਰ ਮਨ ਨਾਲ ਜੇਕਰ ਕਿਸੇ ਨੇ ਜਪਜੀ ਪੜਿਆ ਹੈ ਤੇ ਉਹ ਬਾਬਾ ਮੱਖਣ ਸ਼ਾਹ ਦਬਾਨਾ ਹੈ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਘਰ ਦੇ ਨਾਲ ਪਲੀਤ ਹੈ ਇਸ ਗੱਲ ਦੀ। ਤੇ ਮਾਈ ਤਾਬੋ ਉਹਨੇ ਅਰਦਾਸ ਕਰਨੀ ਪਰ ਮਨ ਕਰਨਾ ਨਹੀਂ, ਦੇਖ ਕਿਵੇਂ ਪ੍ਰਸ਼ਾਦਾ ਛਕਾਏਂਗੇ। ਸਤਿਗੁਰੂ ਮਹਾਰਾਜ ਇੰਨੀ ਨਾਲ ਸੰਗਤ ਕਿਵੇਂ ਸਤਿਗੁਰੂ ਮਹਾਰਾਜ ਜੀ ਦੀ ਸੇਵਾ ਕਰੇਗੀ, ਪਰ ਮਨ ਦੇ ਵਿੱਚ ਰੀਝ ਬੜੀ ਹੋਣੀ ਕਿ ਮੈਂ ਇਹ ਸੇਵਾ ਕਰਨੀ ਚਾਹੁੰਦੀ ਆ। ਇੱਕ ਦਿਨ ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਿੱਖ ਨਾਲ ਨੇ, ਮਹਾਰਾਜ ਘੋੜੇ ਤੇ ਸਵਾਰ ਨੇ, ਤੇ ਟਹਿਲਦੇ ਮਾਈ ਤਾਬੋ ਦੀ ਜਿਹੜੀ ਕੁਟੀਆ ਸੀ ਨਾ ਉਹਦੀ ਝੁੱਗੀ, ਉਹਦੇ ਬਾਹਰ ਜਾ ਕੇ ਘੋੜਾ ਖਲਾਰ ਦਿੱਤਾ। ਸਤਿਗੁਰੂ ਮਹਾਰਾਜ ਨੇ ਆਵਾਜ਼ ਦਿੱਤੀ, ਮਾਈ। ਜਦੋਂ ਉਹ ਬਾਹਰ ਨਿਕਲ ਕੇ ਮਾਤਾ ਆਉਂਦੀ ਏ ਤੇ ਸਤਿਗੁਰੂ ਮਹਾਰਾਜ ਕਹਿੰਦੇ ਜੇ ਭੁੱਖ ਬੜੀ ਲੱਗੀ, ਸਾਨੂੰ ਕੁਝ ਛਕਾਓ। ਘਰ ਦੇ ਵਿੱਚ 2 ਪ੍ਰਸ਼ਾਦੇ ਰੁੱਖੇ ਦੇ ਬਣੇ, ਉਹਨੇ ਲਿਆ ਕਰਕੇ ਜਦੋਂ ਸਤਿਗੁਰੂ ਮਹਾਰਾਜ ਜੀ ਦੇ ਹੱਥਾਂ ਤੇ ਰੱਖਣ ਲੱਗੀ, ਸਿੱਖ ਕਹਿੰਦੇ ਮਹਾਰਾਜ ਹੱਥ ਧੋਣੇ ਆ। ਸਤਿਗੁਰੂ ਮਹਾਰਾਜ ਕਹਿੰਦੇ ਜਿੱਥੇ ਪ੍ਰੇਮ ਹੋਵੇ ਉੱਥੇ ਮਰਿਆਦਾ ਕੋਈ ਨਹੀਂ ਹੁੰਦੀ। ਸਤਿਗੁਰੂ ਮਹਾਰਾਜ ਘੋੜੇ ਤੇ ਸਵਾਰ ਹੋਏ, ਮਹਾਰਾਜ ਜੀ ਨੇ ਉਸ ਮਾਈ ਤਾਬੋ ਦੀ ਇੱਛਾ ਪੂਰੀ ਕੀਤੀ, ਘੋੜੇ ਤੇ ਬੈਠਿਆ ਹੋਇਆ ਹੀ ਉਹਦੇ ਪ੍ਰਸ਼ਾਦੇ ਨੂੰ ਛਕਣਾ ਕੀਤਾ। ਸਤਿਗੁਰੂ ਮਹਾਰਾਜ ਸਿੱਖਾਂ ਦੇ ਨਾਲ ਪ੍ਰੇਮ, ਬਾਣੀ ਦੇ ਨਾਲ ਇੰਨਾ ਪ੍ਰੇਮ ਕਰਦੇ ਆ। ਸਤਿਗੁਰੂ ਮਹਾਰਾਜ ਪਾਤਸ਼ਾਹ ਇੱਕ ਦਿਨ ਸਵੇਰ ਤੋਂ ਆਸਣ ਤੇ ਬੈਠੇ ਆ, ਸ਼ਾਮਾਂ ਹੋ ਗਈਆਂ, ਸਿੱਖਾਂ ਨੇ ਬਾਰ-ਬਾਰ ਆ ਕੇ ਕਿਹਾ ਸਤਿਗੁਰੂ ਮਹਾਰਾਜ ਤੁਸੀਂ ਪ੍ਰਸ਼ਾਦਾ ਨਹੀਂ ਛਕਿਆ ਅੱਜ ਸਵੇਰ ਦਾ, ਕਿਉਂਕਿ ਮਹਾਰਾਜ 2 ਟਾਈਮ ਪ੍ਰਸ਼ਾਦਾ ਛਕਣਾ, ਸਵੇਰੇ ਛਕਣਾ ਤੇ ਸੰਧਿਆ ਨੂੰ ਛਕਣਾ। ਮਹਾਰਾਜ ਅੱਜ ਸੰਧਿਆ ਹੋ ਚੱਲੀ ਹੈ ਤੇ ਅੱਜ ਦੂਸਰੇ ਟਾਈਮ ਦਾ ਪ੍ਰਸ਼ਾਦਾ ਵੀ ਹੋ ਚੱਲਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਹੀਂ ਕੋਈ ਨਹੀਂ, ਰੁਕੋ ਤੁਸੀਂ।
ਅਸਲ 'ਚ ਘਟਨਾ ਕੀ ਵਾਪਰਦੀ ਹੈ, ਕਾਬਲ ਦੇ ਵਿੱਚ ਇੱਕ ਸਿੱਖ ਹੈ ਜਿੰਦਾ ਨਾਮ ਹੈ ਭਾਈ ਗੋਂਦਾ ਜੀ। ਭਾਈ ਗੋਂਦਾ ਜੀ ਉਹਨਾਂ ਜਪਜੀ ਸਾਹਿਬ ਦਾ ਪਾਠ ਕਰਦੇ ਪਏ ਆ। ਦੇਖੋ ਜਪਜੀ ਸਾਹਿਬ ਦੇ ਵਿੱਚ ਕਿੰਨੀ ਮਹਾਨਤਾ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਮਰਿਆਦਾ ਬਣਾਈ ਹੋਈ ਸੀ ਕਿ ਜਦੋਂ ਸਤਿਗੁਰ ਮਹਾਰਾਜ ਕਰਤਾਰਪੁਰ ਸਨ, ਉੱਥੇ ਨਿਤ ਦੀ ਮਰਿਆਦਾ ਸੀ ਕਿ ਸਵੇਰੇ ਜਪਜੀ ਦਾ ਪਾਠ ਹੋਣਾ, ਆਸਾ ਕੀ ਵਾਰ ਦਾ ਕੀਰਤਨ ਹੋਣਾ। ਸਤਿਗੁਰ ਸੱਚੇ ਪਾਤਸ਼ਾਹ ਨੇ ਧਨਾਸਰੀ ਰਾਗ ਦਾ ਜਿਹੜਾ ਸ਼ਬਦ ਹੈ ਜੀ, ਗਗਨ ਮਿਥਾਲ ਆਰਤੀ ਵਾਲਾ ਸ਼ਬਦ, ਮਹਾਰਾਜ ਜੀ ਨੇ ਉਸ ਸ਼ਬਦ ਦਾ ਕੀਰਤਨ ਕਰਨਾ। ਫਿਰ ਸਤਿਗੁਰ ਮਹਾਰਾਜ ਜੀ ਨੇ ਆਪ ਗੁਰਬਾਣੀ ਦੀ ਵਿਚਾਰ ਕਰਨੀ, ਸ਼ਾਮ ਨੂੰ ਸੁੰਦਰ ਹੋਣੀ। ਤੇ ਗੁਰੂ ਨਾਨਕ ਭਾਈ ਗੋਂਦਾ ਕਾਬਲ ਦੇ ਵਿੱਚ ਜਪਜੀ ਪੜਦਾ ਪਿਆ ਏ ਤੇ ਸਤਿਗੁਰ ਮਹਾਰਾਜ ਪਾਤਸ਼ਾਹ ਕੀਰਤਪੁਰ ਸਾਹਿਬ ਦੀ ਧਰਤੀ ਤੇ ਬੈਠੇ ਆ। ਜਪਜੀ ਇੰਨੇ ਕੁ ਪਿਆਰ ਦੇ ਨਾਲ ਪੜ੍ਹੀ, ਭਾਈ ਗੋਂਦਾ ਜੀ ਨੇ ਜਪਜੀ ਪੜ੍ਹਦੇ ਆ ਅਰਦਾਸ ਕੀਤੀ ਤੇ ਅਰਦਾਸ ਕਰਦੇ ਆ ਭਾਵਨਾ ਇੰਨੀ ਬਣ ਗਈ ਕਿ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਜਿਵੇਂ ਚਰਨ ਪੁੱਟ ਕੇ ਫੜ ਲਏ ਹੋਵਨ। ਉਧਰ ਸਿੱਖ ਦੀ ਸੁਰਤ ਜੁੜਦੀ ਆ, ਉਧਰ ਸਤਿਗੁਰ ਮਹਾਰਾਜ ਟਿਕ ਕੇ ਆਸਣ ਦੇ ਉੱਤੇ ਬੈਠ ਗਏ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਆਸਣ ਤੋਂ ਉੱਠੇ ਨਹੀਂ। ਕਹਿੰਦੇ ਨੇ 4 ਪੈਰ ਸਤਿਗੁਰ ਮਹਾਰਾਜ ਆਸਣ ਤੇ ਬੈਠੇ ਰਹੇ। ਜਦੋਂ ਸਤਿਗੁਰ ਮਹਾਰਾਜ ਉੱਠਦੇ ਆ, ਸਿੱਖ ਪੁੱਛਦੇ ਮਹਾਰਾਜ ਅੱਜ ਸਾਰਾ ਦਿਨ ਹੀ ਇਵੇਂ ਬੈਠੇ, ਅੱਜ ਪ੍ਰਸ਼ਾਦਾ ਵੀ ਨਹੀਂ ਛਕਿਆ। ਸਤਿਗੁਰ ਮਹਾਰਾਜ ਕਹਿੰਦੇ ਸਾਡਾ ਸਿੱਖ ਸਾਡੇ ਚਰਨ ਫੜ ਕੇ ਬੈਠਾ ਸੀ, ਸਾਡਾ ਜੀ ਨਹੀਂ ਕੀਤਾ ਕਿ ਅਸੀਂ ਉਹਦੇ ਤੋਂ ਚਰਨ ਛੁਡਾ ਲਈਏ। ਮਹਾਰਾਜ ਕੌਣ, ਇੱਥੇ ਤਾਂ ਕੋਈ ਨਹੀਂ ਦੱਸਿਆ। ਮਹਾਰਾਜ ਕਹਿੰਦੇ ਨੇ ਕਿ ਉਹ ਕਾਬਲ ਦੀ ਧਰਤੀ ਤੇ ਭਾਈ ਗੋਂਦਾ ਹੈ ਜਿਹਨੇ ਸਾਡੇ ਸੁਰਤ ਕਰਕੇ ਚਰਨ ਫੜੇ ਸੀ। ਸੁਰਤ ਕਰਕੇ ਕਿਤੇ ਗੁਰੂ ਦੇ ਚਰਨ ਫੜਨੇ ਸਾਨੂੰ ਆ ਤੇ ਜਾਣ। ਜਿਹੜੇ ਸੁਰਤ ਕਰਕੇ ਗੁਰੂ ਦੇ ਚਰਨ ਫੜਨਾ ਜਾਣ ਜਾਂਦੇ ਆ ਨਾ, ਉਹ ਫਿਰ ਜਦੋਂ ਗੁਰੂ ਦੇ ਘਰ ਦੇ ਵਿੱਚ ਜਾਂਦੇ ਆ ਤੇ ਉਹ ਕਹਿੰਦੇ ਜਿਵੇਂ ਅਸੀਂ ਤੁਰਦੇ ਆ ਤੇ ਇਵੇਂ ਲੱਗਦਾ ਜਿਵੇਂ ਸਤਿਗੁਰੂ ਨਾਲ ਤੁਰਦਾ ਪਿਆ ਹੋਵੇ। ਜੇ ਹਰਮੰਦਰ ਸਾਹਿਬ ਜਾਣਾ ਤੇ ਇਵੇਂ ਮਹਿਸੂਸ ਕਰਨਾ ਕਿ ਗੁਰੂ ਰਾਮਦਾਸ ਮਹਾਰਾਜ ਨਾਲ ਤੁਰਦੇ ਆ। ਜੇ ਕੋਈ ਪਟਨਾ ਜਾਂਦਾ ਹੈ ਤੇ ਉਹ ਕਹਿੰਦਾ ਨਹੀਂ, ਇਵੇਂ ਮਹਿਸੂਸ ਹੁੰਦਾ ਹੈ ਕਿ ਇਹਨਾਂ ਗਲੀਆਂ ਦੇ ਵਿੱਚ ਹੁਣ ਵੀ ਬਾਲਾ ਪ੍ਰੀਤਮ ਖੇਡਦਾ ਪਿਆ। ਸਤਿਗੁਰੂ ਮਹਾਰਾਜ ਪਰ ਕੁਝ ਐਸੇ ਸਨ ਜਿਨ੍ਹਾਂ ਨੂੰ ਯਕੀਨ ਨਹੀਂ ਆਇਆ ਕਿ ਕਿੱਥੇ ਭਾਈ ਗੋਂਦਾ ਕਾਬਲ ਦੇ ਵਿੱਚ ਬੈਠਾ, ਕਿੱਥੇ ਸਤਿਗੁਰੂ, ਇਹ ਕਿਵੇਂ ਹੋ ਸਕਦਾ ਹੈ। ਇਤਿਹਾਸ ਕਹਿੰਦਾ ਹੈ ਕਿ ਕੁਝ ਸਮੇਂ ਬਾਅਦ ਜਦੋਂ ਸੰਗਤ ਦੇ ਨਾਲ ਭਾਈ ਗੋਂਦਾ ਜੀ ਵੀ ਆਏ ਤੇ ਉਹਨਾਂ ਨੇ ਆ ਕੇ ਜਦੋਂ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕੀਤੇ, ਸਿੱਖਾਂ ਨੇ ਜਿਨ੍ਹਾਂ ਨੇ ਸ਼ੱਕ ਕੀਤਾ, ਉਹਨਾਂ ਨੇ ਭਾਈ ਗੋਂਦੇ ਨੂੰ ਪਾਸੇ ਕਰਕੇ ਕਿਹਾ ਕਿ ਇਹ ਫਲਾਣੇ ਦਿਨ ਨੂੰ ਤੂੰ ਕਿੱਥੇ ਬੈਠਾ ਸਾਂ, ਕੀ ਕਰਦਾ ਪਿਆ ਸੀ। ਉਹ ਕਹਿੰਦਾ ਮੈਂ ਬਾਣੀ ਦਾ ਪਾਠ ਕੀਤਾ। ਬਾਣੀ 'ਚ ਇੰਨਾ ਕੁ ਰਸ ਆਇਆ, ਇੰਨਾ ਕੁ ਪ੍ਰੇਮ ਬਾਣੀ ਦੇ ਵਿੱਚ ਆਇਆ, ਕਹਿਣ ਲੱਗੇ ਕਿ ਸੁਰਤ ਕਰਕੇ ਮੈਂ ਸਤਿਗੁਰੂ ਦੇ ਚਰਨ ਫੜੇ ਤੇ ਪਤਾ ਹੀ ਨਹੀਂ ਲੱਗਾ ਕਿ ਸਾਰਾ ਦਿਨ ਕਿਵੇਂ ਲੰਘ ਗਿਆ। ਬਾਣੀ ਦੇ ਨਾਲ ਪ੍ਰੇਮ ਕਰੋ। ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੂੰ ਸਿੱਖ ਪੁੱਛਦੇ ਸੀ ਇੱਕ ਵਾਰੀ, ਉਹਨਾਂ ਪੁੱਛਿਆ, ਕਹਿਣ ਲੱਗੇ ਸਤਿਗੁਰੂ ਮਹਾਰਾਜ ਇਹ ਦੱਸੋ ਕਿ ਮਨ ਜਦੋਂ ਟਿਕ ਜਾਂਦਾ ਹੈ ਨਾ, ਇਹਦੀ ਨਿਸ਼ਾਨੀ ਕੀ ਹੁੰਦੀ। ਅਸੀਂ ਸਾਰੇ ਬਾਣੀ ਪੜ੍ਹਦੇ ਆ ਨਾ, ਕੀਰਤਨ ਸੁਣਦੇ ਆ, ਕਥਾ ਸੁਣਦੇ ਆ, ਬਾਣੀ ਪੜ੍ਹਦੇ ਆ, ਸਾਡੇ ਮਨ ਦੇ ਵਿੱਚ ਵੀ ਕਈ ਵਾਰੀ ਸਵਾਲ ਹੁੰਦਾ ਕਿ ਸਾਨੂੰ ਕਿਵੇਂ ਪਤਾ ਲੱਗੇ ਕਿ ਸਾਡਾ ਮਨ ਟਿਕਣ ਲੱਗ ਪਿਆ। ਗੁਰੂ ਹਰਿਰਾਏ ਸਾਹਿਬ ਮਹਾਰਾਜ ਨੇ ਫਿਰ ਉੱਤਰ ਦਿੱਤਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਪ੍ਰਭ ਮਿਲਨੇ ਕੀ ਇਹ ਨਿਸ਼ਾਨੀ, ਮਿੱਠੀ ਲਾਗੇ ਪ੍ਰੇ ਕੀ ਬਾਣੀ। ਮਨ ਟਿਕੇ ਹੋਏ ਦੀ ਇਹ ਨਿਸ਼ਾਨੀ ਜੇ ਜਿੱਦਣ ਬਾਣੀ ਮਿੱਠੀ ਲੱਗਣ ਲੱਗ ਪਏ। ਜਿੱਦਣ ਜਪਜੀ ਸਾਹਿਬ ਦਾ ਪਾਠ ਕੀਤਾ ਨਾ ਤੇ ਜੀ ਕੀਤਾ ਨਹੀਂ ਇੱਕ ਹੋਰ ਕਰੀਏ। ਇਹ ਨਹੀਂ ਕਿ ਕਿਸੇ ਬਾਬੇ ਨੇ ਕਿਹਾ ਤਾਂ 5 ਸੁਖਮਨੀ ਸਾਹਿਬ ਕਰਨੇ ਆ, ਨਹੀਂ। ਸੁਖਮਨੀ ਸਾਹਿਬ ਇੱਕ ਕੀਤਾ, ਜੀ ਕਰਦਾ ਪਿਆ, ਨਹੀਂ ਬੜਾ ਆਨੰਦ ਆਉਂਦਾ ਪਿਆ। ਇਵੇਂ ਲੱਗਦਾ ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਨਾਲ ਗੱਲਾਂ ਹੁੰਦੀਆਂ ਨੇ। ਇੱਕ ਹੋਰ ਨਾ ਸੁਖਮਨੀ ਸਾਹਿਬ ਪੜ੍ਹੀਏ। ਜਦੋਂ ਬਾਣੀ ਪੜ੍ਹਦੇ ਆ, ਸਹਿਜ ਪਾਠ ਕਰਦੇ ਆ, ਥੋੜੇ ਟਾਈਮ ਵਾਸਤੇ ਬੈਠੇ ਤੇ ਪਤਾ ਹੀ ਨਾ ਲੱਗਾ ਕਿ ਕਿੰਨਾ ਕੁ ਟਾਈਮ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਦੇ ਰਹੇ। ਗੁਰਬਾਣੀ ਪੜ੍ਹੀ, ਸੰਗਤ ਵਿੱਚ ਆਏ ਤੇ ਮਨ ਭੱਜੂ ਨਹੀਂ ਕੀਤਾ ਕਿ ਦਵਾ ਦਵ ਆਏ, ਮੱਥਾ ਟੇਕਿਆ, ਪ੍ਰਸ਼ਾਦ ਲਿਆ ਤੇ ਚਲੇ ਗਏ। ਨਹੀਂ, ਸੰਗਤ ਵਿੱਚ ਆ ਕੇ ਬਹਿਣ ਨੂੰ ਜੀ ਕਰੇ, ਦਿਲ ਕਰੇ ਕਿ ਕੋਈ ਬਾਣੀ ਪੜ੍ਹਦਾ ਪਿਆ ਹੈ, ਕੋਈ ਕੀਰਤਨ ਕਰਦਾ ਪਿਆ ਹੈ, ਕੋਈ ਕਥਾ ਵਿਚਾਰ ਕਰਦਾ ਪਿਆ, ਮਨ ਕਰਕੇ ਬੈਠੀਏ ਤੇ ਇਹ ਮਹਿਸੂਸ ਕਰੀਏ ਕਿ ਨਹੀਂ ਆਪ ਨਹੀਂ ਬੋਲਦਾ ਪਿਆ, ਇਹਦੇ ਅੰਦਰੋਂ ਮੇਰਾ ਗੁਰੂ ਬੋਲਦਾ ਪਿਆ ਹੈ। ਇਹ ਹੈ ਮਨ ਟਿੱਕੇ ਦੀ ਨਿਸ਼ਾਨੀ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਸਿੱਖ ਸੰਗਤ ਕਾਬਲ ਤੋਂ ਚੱਲ ਕੇ ਆਉਂਦੀ। ਦੇਖੋ ਮਹਾਰਾਜ ਨੇ ਬਾਣੀ ਦੇ ਨਾਲ ਕਿੰਨਾ ਪਿਆਰ ਕੀਤਾ ਤੇ ਮਹਾਰਾਜ ਨੇ ਇਹ ਵੀ ਦੱਸਿਆ ਕਿ ਬਾਣੀ ਦਾ ਸਤਿਕਾਰ ਕਰਨਾ ਜ਼ਰੂਰੀ ਆ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਉਹ ਪਲੰਗ ਦੇ ਉੱਤੇ ਮਹਾਰਾਜ ਬੈਠੇ ਹੋਏ ਨੇ
ਤੇ ਜਦੋਂ ਸੰਗਤ ਕਾਬਲ ਤੋਂ ਸੰਗਤ ਆਉਂਦੀ, ਬਾਣੀ ਪੜ੍ਹਦੀ, ਧਾਰਨਾ ਦੇ ਨਾਲ ਬਾਣੀ ਪੜ੍ਹਦੀ ਆਵੇ, ਸਤਿਗੁਰੂ ਮਹਾਰਾਜ ਇੱਕਦਮ ਪਲੰਗ ਤੋਂ ਉੱਠ ਕੇ ਖੜੇ ਹੋਏ। ਜਦੋਂ ਤੇਜ਼ੀ ਦੇ ਨਾਲ ਉੱਠੇ ਤੇ ਗੋਡਾ ਜਿਹੜਾ ਸੀ ਉਹ ਪਲੰਗ ਨਾਲ ਵੱਜਿਆ ਤੇ ਸੱਟ ਗੋਡੇ ਤੇ ਲੱਗ ਗਈ। ਸਿੱਖ ਮਹਾਰਾਜ ਨੂੰ ਕਹਿੰਦੇ, ਸੱਚੇ ਪਾਤਸ਼ਾਹ ਇੰਨੀ ਕਾਦੀ ਕਾਲੀ ਸੀ, ਤੁਹਾਡੇ ਸੱਟ ਲੱਗ ਗਈ, ਤੁਹਾਡੇ ਖੂਨ ਨਿਕਲ ਆਇਆ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਨਹੀਂ ਕਾਲੀ ਹੋਰ ਕੋਈ ਨਹੀਂ, ਕਾਲੀ ਕੇਵਲ ਬਾਣੀ ਦਾ ਸਤਿਕਾਰ ਸੀ। ਉਹ ਮੇਰੇ ਗੁਰੂ ਨਾਨਕ ਦੀ ਬਾਣੀ ਪੜ੍ਹਦੇ ਪਏ ਆ ਨਾ, ਤੇ ਮੈਂ ਗੁਰੂ ਨਾਨਕ ਦੇ ਸਤਿਕਾਰ ਵਾਸਤੇ ਖੜਾ ਹੋਇਆ। ਤੇ ਸਤਿਗੁਰੂ ਮਹਾਰਾਜ ਜੀ ਨੇ ਬਚਨ ਕਹੇ, ਇਤਿਹਾਸ ਕਹਿੰਦਾ, ਜਿਨ ਪੈ ਬਾਣੀ ਅਦਬ ਨਾ ਧਾਰਾ ਸੋ ਜਾਨੋ ਨਾਹੀ ਸਿੱਖ ਹਮਾਰਾ। ਜਿਹੜਾ ਬਾਣੀ ਦਾ ਅਦਬ ਨਾ ਕਰੇ, ਮਹਾਰਾਜ ਕਹਿੰਦੇ ਜੋ ਮਰਜ਼ੀ ਕਹੀ ਜਾਏ ਆਪਣੇ ਆਪ ਨੂੰ ਕਿ ਮੈਂ ਬੜਾ ਵੱਡਾ ਦਾਨੀ, ਮੈਂ ਬੜਾ ਵੱਡਾ ਪੁਨੀ, ਸਤਿਗੁਰੂ ਮਹਾਰਾਜ ਕਹਿੰਦੇ ਸੋ ਜਾਨੋ ਨਾਹੀ ਸਿੱਖ ਹਮਾਰਾ। ਉਹ ਹੋਰ ਕੁਝ ਤਾਂ ਹੋ ਸਕਦਾ ਏ, ਉਹ ਪਰ ਗੁਰੂ ਦਾ ਸਿੱਖ ਨਹੀਂ ਹੋ ਸਕਦਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਸਿੱਖ ਆਖਦੇ ਨੇ ਕਿ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਬਾਣੀ ਅਸੀਂ ਪੜ੍ਹਦੇ ਹਾਂ ਤੇ ਅਰਥਾਂ ਦਾ ਪਤਾ ਕੋਈ ਨਹੀਂ ਲੱਗਦਾ। ਸਾਨੂੰ ਪਤਾ ਨਹੀਂ ਲੱਗਦਾ ਕਿ ਪੰਕਤੀਆਂ ਦੇ ਅਰਥ ਕੀ ਨੇ। ਹਾਲਾਂਕਿ ਹੁਣ ਤੇ ਬੜੀ ਸਹੂਲਤ ਹੋ ਗਈ ਨਾ, ਹੁਣ ਜਿਹੜਾ ਅਨਪੜ੍ਹ ਵੀ ਬੰਦਾ ਹੋਵੇ ਉਹ ਵੀ ਟੱਚ ਫੋਨ ਦੇ ਨਾਲ ਸਾਰਾ ਕੁਝ, ਫੇਸਬੁੱਕ, WhatsApp, YouTube, ਜਿੰਨਾ ਸੋਸ਼ਲ ਮੀਡੀਆ ਅਸੀਂ ਸਾਰਾ ਕੁਝ ਚਲਾਉਣਾ ਸਿੱਖ ਗਏ ਆ ਨਾ। ਤੇ ਇਸੇ ਫੋਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਵੀ ਤਾਂ ਰੱਖ ਸਕਦੇ ਆ ਨਾ, ਉਹਦੇ ਵਿੱਚੋਂ ਤਾਂ ਅਰਥ ਪੜ੍ਹ ਸਕਦੇ ਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਯਤਨ ਜ਼ਰੂਰ ਕਰਨਾ ਕਰੀਏ। ਜੇਕਰ ਯਤਨ ਨਹੀਂ ਨਾ ਕਰਦੇ ਤੇ ਸਤਿਗੁਰੂ ਮਹਾਰਾਜ ਕਹਿੰਦੇ ਫਿਰ ਹੱਥੋਂ ਵੇਲਾ ਲੰਘਦਾ ਪਿਆ ਹੈ। ਗੁਰੂ ਹਰਿਰਾਏ ਸਾਹਿਬ ਮਹਾਰਾਜ ਨੂੰ ਸਿੱਖ ਆਖ ਕੇ, ਮਹਾਰਾਜ ਬਾਣੀ ਪੜ੍ਹਦੇ ਪਰ ਅਰਥ ਦੀ ਕੋਈ ਸਮਝ ਨਹੀਂ ਪੈਂਦੀ। ਅਰਥ ਕੀ ਨੇ, ਕਿ ਬਾਣੀ ਪੜ੍ਹਨੀ ਚਾਹੀਦੀ ਹੈ ਕਿ ਛੱਡ ਦੇਣੀ ਚਾਹੀਦੀ ਹੈ। ਹਾਲਾਂਕਿ ਸਾਡੇ ਮਹਾਂਪੁਰਖ ਇੱਕ ਹੋਏ ਨੇ, ਸੰਤ ਬਾਬਾ ਅਤਰ ਸਿੰਘ ਵਸਤੂਵਾਨੇ ਵਾਲੇ, ਉਹਨਾਂ ਨੂੰ ਵੀ ਕਿਸੇ ਨੇ ਸਵਾਲ ਕੀਤਾ, ਕਹਿਣ ਲੱਗੇ ਜੀ ਬਾਣੀ ਪੜ੍ਹਨੀ, ਨਿਤਨੇਮ ਕਰਨਾ ਕਿੰਨਾ ਕੁ ਜ਼ਰੂਰੀ ਆ। ਸੰਤ ਬਾਬਾ ਅਤਰ ਸਿੰਘ ਉਹਨਾਂ ਨੇ ਕਿਹਾ, ਕਹਿੰਦੇ ਜੇ ਘਰ ਚੋਂ ਬਿਜਲੀ ਚਲੀ ਜਾਵੇ ਨਾ ਤੇ ਕੀ ਤਾਰਾਂ ਤੋੜ ਸੁੱਟੀ ਦੀਆਂ ਨੇ? ਕਹਿੰਦੇ ਨਹੀਂ ਜੀ, ਤਾਰਾਂ ਤੇ ਜੁੜੀਆਂ ਰਹਿਣਗੀਆਂ, ਆਪੇ ਬੱਤੀ ਆਏਗੀ ਤੇ ਚਾਨਣ ਹੋਵੇਗਾ। ਕਹਿੰਦੇ ਬਸ ਇਸੇ ਤਰ੍ਹਾਂ ਬਾਣੀ ਪੜ੍ਹਦੇ ਰਹੋ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਤਾਰਾਂ ਜੁੜਦੀਆਂ ਪਈਆਂ, ਇੱਕ ਦਿਨ ਚਾਨਣ ਜ਼ਰੂਰ ਹੋਵੇਗਾ। ਸਤਿਗੁਰੂ ਮਹਾਰਾਜ ਅਰਥ ਨਹੀਂ ਪਤਾ ਲੱਗਦੇ। ਗੁਰੂ ਹਰਿਰਾਏ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨਹੀਂ ਫਿਰ ਦੱਸਾਂਗੇ, ਬਾਣੀ ਜ਼ਰੂਰ ਪੜ੍ਹੋ। ਮਹਾਰਾਜ ਸ਼ਾਮ ਨੂੰ ਟਹਿਲਣ ਵਾਸਤੇ ਨਿਕਲੇ, ਮੀਂਹ ਪੈ ਕੇ ਹਟਿਆ। ਰੱਬ ਦੀ ਨੇਤ ਜਿਨ੍ਹਾਂ ਨੇ ਸਵਾਲ ਪੁੱਛਿਆ ਉਹ ਵੀ ਨਾਲ ਤੁਰਦੇ ਪਏ ਸੀ। ਮਹਾਰਾਜ ਜਦੋਂ ਥੋੜੀ ਦੂਰ ਗਏ ਤੇ ਝਾੜੀਆਂ ਦੇ ਵਿੱਚ ਕੋਈ ਨਾ ਚੀਜ਼ ਲਿਸ਼ਕੇ ਪਈ। ਮਹਾਰਾਜ ਨੇ ਸਿੱਖਾਂ ਨੂੰ ਕਿਹਾ, ਕਹਿੰਦੇ ਉਹ ਝਾੜੀਆਂ 'ਚ ਕੀ ਲਿਸ਼ਕਦਾ ਪਿਆ ਹੈ? ਸਿੱਖ ਦੌੜ ਕੇ ਗਿਆ, ਉਹਨੇ ਚੁੱਕ ਕੇ ਲਿਆਂਦਾ। ਮਹਾਰਾਜ ਇਹ ਤਾਂ ਠੀਕਰੀ ਆ। ਮਹਾਰਾਜ ਕਹਿੰਦੇ ਲਿਸ਼ਕੀ ਕਿਉਂ? ਕਹਿੰਦੇ ਇਹਦੇ 'ਚ ਕਿਸੇ ਸਵਾਣੀ ਨੇ ਕੋਈ ਘਿਓ ਰੱਖਦੀ ਹੋਵੇਗੀ ਤੇ ਜਿਹੜਾ ਘਿਓ ਹੈ ਉਹ ਇਹਦੇ ਵਿੱਚ ਬਿਲਕੁਲ ਰਚ ਚੁੱਕਿਆ ਹੈ, ਤੇ ਜਿਹਦੀ ਧੁੱਪ ਦੀ ਗਰਮੀ ਦੇ ਨਾਲ ਘਿਓ ਵਿੱਚੋਂ ਬਾਹਰ ਨਿਕਲਿਆ, ਜਿੰਦੇ ਕਰਕੇ ਇਹ ਲਿਸ਼ਕ ਜਿਹੜੀ ਸੀ ਇਹ ਪੈਣੀ ਸ਼ੁਰੂ ਹੋ ਗਈ। ਸਤਿਗੁਰੂ ਮਹਾਰਾਜ ਕਹਿੰਦੇ ਹੁਣ ਘਿਓ ਹੈਗਾ ਵਿੱਚ? ਕਹਿੰਦੇ ਨਹੀਂ ਮਹਾਰਾਜ, ਹੁਣ ਤੇ ਠੀਕਰ ਰਹਿ ਗਈ, ਪਰ ਚਿਕਨਤਾ ਜਿਹੜੀ ਹੈ ਇਹ ਅਜੇ ਵੀ ਇਹਦੇ ਵਿੱਚ ਹੈ। ਸਤਿਗੁਰੂ ਮਹਾਰਾਜ ਕਹਿੰਦੇ ਬਸ ਇਸੇ ਤਰ੍ਹਾਂ ਬਾਣੀ ਪੜ੍ਹਨੀ ਨਾ ਛੱਡੋ। ਬਾਣੀ ਦੇ ਵਿੱਚ ਥੰਧਿਆਈ ਏ, ਉਹ ਵੱਖਰੀ ਗੱਲ, ਸਾਨੂੰ ਸਮਝ ਲੱਗੇ ਨਾ ਲੱਗੇ। ਲੋਕੀ ਅਕਸਰ ਕਹਿ ਦਿੰਦੇ ਨੇ ਨਹੀਂ ਜੀ ਬਾਣੀ ਪੜ੍ਹਦੇ ਆ ਜੀ ਸਵਾਦ ਨਹੀਂ ਆਉਂਦਾ। ਦੇਖੋ ਬਾਣੀ ਬੇਸਵਾਦੀ ਨਹੀਂ ਹੁੰਦੀ, ਸਾਡਾ ਸਵਾਦ ਵਿਗੜ ਚੁੱਕਿਆ। ਬਿਮਾਰ ਬੰਦੇ ਨੂੰ ਜਿੰਨੀ ਮਰਜ਼ੀ ਸਵਾਦੀ ਚੀਜ਼ ਬਣਾ ਕੇ ਅੱਗੇ ਰੱਖ ਦੋ, ਉਹਨੂੰ ਸਵਾਦ ਨਹੀਂ ਲੱਗਦੀ। ਉਹ ਕਹੇਗਾ ਨਹੀਂ ਜੀ ਸਬਜ਼ੀ ਸਵਾਦ ਨਹੀਂ ਬਣੀ, ਤੇ ਘਰ ਦੇ ਕਹਿੰਦੇ ਨਹੀਂ ਜੀ ਅੱਗੇ ਵੀ ਤਾਂ ਇਹੀ ਖਾਣਾ ਬਹੁਤ ਸਵਾਦ ਅੱਜ ਵੀ ਬਣੀ ਹੈ। ਉਹ ਕਹੇਗਾ ਨਹੀਂ ਮੈਨੂੰ ਸਵਾਦ ਨਹੀਂ ਨਾ ਲੱਗਦੀ। ਕਹਿੰਦੇ ਤੇਰਾ ਅੰਦਰ ਬਿਮਾਰ ਹੋਇਆ, ਤੇਰੀ ਜੀਭ ਦਾ ਸਵਾਦ ਬਣ ਗਿਆ, ਤਾਂ ਹੀ ਉਹ ਤੈਨੂੰ ਸਵਾਦ ਚੀਜ਼ਾਂ ਨੂੰ ਬੇਸਵਾਦੀਆਂ ਲੱਗਦੀਆਂ ਪਈਆਂ ਨੇ। ਗੁਰੂ ਤੇ ਗਿਲਾ ਨਾ ਕਰਿਆ ਕਰੋ। ਸਤਿਗੁਰੂ ਮਹਾਰਾਜ ਅੱਗੇ ਅਰਦਾਸ ਕਰਿਆ ਕਰੋ ਕਿ ਸਤਿਗੁਰੂ ਮਹਾਰਾਜ ਅਸੀਂ ਬਿਮਾਰ ਆ ਤੇ ਤੂੰ ਸਤਿਗੁਰੂ ਮਹਾਰਾਜ ਕਿਰਪਾ ਕਰਦਾ ਹੈ ਕਿ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੇ, ਕਾਟੇ ਜਮ ਕੀ ਫੰਦਾ। ਗੁਰੂ ਵੈਦ ਆ, ਸਤਿਗੁਰੂ ਮਹਾਰਾਜ ਰੋਗ ਦੂਰ ਕਰ ਦਿੰਦਾ ਹੈ, ਬਾਣੀ ਚੋਂ ਰਸ ਆਉਣ ਲੱਗ ਪੈਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਇਕੱਲੇ ਨਹੀਂ, ਉਹਨਾਂ ਨੇ ਆਪਣੇ ਪੁੱਤਰਾਂ ਨੂੰ ਬਾਣੀ ਪੜ੍ਹਨ ਵਾਸਤੇ ਪ੍ਰੇਰਿਤ ਕਰ ਦਿੱਤਾ। ਗੁਰੂ ਹਰਿਕ੍ਰਿਸ਼ਨ ਮਹਾਰਾਜ ਉਹ ਛੋਟੇ ਸੀ, 2.5 ਸਾਲ ਦੀ ਇਤਿਹਾਸ ਕਹਿੰਦਾ ਹੈ ਮਹਾਰਾਜ ਜੀ ਦੀ ਆਰ ਬੁਲਾਏ ਤੇ ਬਾਣੀ ਦਾ ਜਦੋਂ ਪ੍ਰਕਾਸ਼ ਕਰਨਾ ਨਾ ਉੱਚੀ ਹੋ ਕੇ ਨਾ ਬੈਠਿਆ ਜਾਣਾ, ਥੱਲੇ ਸਿਰਹਾਣਾ ਰੱਖ ਕੇ ਬੈਠਣਾ, ਉੱਚਾ ਗੱਦਾ ਰੱਖ ਲੈਣਾ। ਜਿੱਦਾਂ ਅਸੀਂ ਇਤਿਹਾਸ ਪੜ੍ਹਦੇ ਨਾ ਬਾਬਾ ਪ੍ਰੇਮ ਸਿੰਘ ਜੀ ਦਾ, ਜਦੋਂ ਬਚਪਨ ਦੇ ਵਿੱਚ ਉਹ ਗਏ ਨਾ ਗੁਰਦੁਆਰੇ ਦਾਦਾ ਜੀ ਦੇ ਨਾਲ, ਬਾਬਾ ਅਰੂੜ ਸਿੰਘ ਦੇ ਨਾਲ, ਤੇ ਜਦੋਂ ਗਏ ਉਹਨਾਂ ਨੇ ਕਿਹਾ ਮੈਂ ਤਾਬੇ ਵਿੱਚ ਬੈਠ ਕੇ ਜਪਜੀ ਸਾਹਿਬ ਪੜ੍ਹਨਾ।
ਹੁਣ ਗ੍ਰੰਥੀ ਸਾਹਿਬ ਕਹਿੰਦੇ ਨਹੀਂ ਤੂੰ ਛੋਟਾ ਹੈ, ਤੂੰ ਅਜੇ ਬੈਠਿਆ ਤੈਨੂੰ ਪਤਾ ਨਹੀਂ ਲੱਗਣਾ। ਕਹਿੰਦੇ ਨਹੀਂ ਬੈਠਿਆ ਨਹੀਂ ਪਤਾ ਲੱਗਣਾ ਤੇ ਮੈਂ ਖਲੋ ਕੇ ਪੜ੍ਹ ਲਵਾਂਗਾ। ਦੇਖੋ ਭਾਵਨਾ ਤੇ ਹੋਵੇ ਨਾ ਅੰਦਰ ਮੈਂ ਪੜ੍ਹਨਾ ਹੈ। ਇਹ ਤਾਂ ਨਹੀਂ ਨਾ ਕਿ ਜੇ ਕਿਸੇ ਨੂੰ ਕਹੋ ਕਿ ਨਹੀਂ ਜੀ ਛੱਡੋ ਕੀ ਕਰਨਾ, ਕਿਉਂ ਪੜ੍ਹਨਾ ਹੈ। ਸਤਿਗੁਰੂ ਗੁਰੂ ਹਰਿਕ੍ਰਿਸ਼ਨ ਮਹਾਰਾਜ 2.5 ਸਾਲ ਦੀ ਉਮਰ ਦੇ ਵਿੱਚ ਉਹ ਸਹਿਜ ਪਾਠ ਕਰਨਾ ਸ਼ੁਰੂ ਕਰ ਦਿੱਤਾ। ਸਿੱਖਾਂ ਨੇ ਇੱਕ ਵਾਰੀ ਪੁੱਛਿਆ, ਕਹਿਣ ਲੱਗੇ ਸਤਿਗੁਰੂ ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਸਾਨੂੰ ਇੱਕ ਗੱਲ ਦਾ ਬਿਲਕੁਲ ਯਕੀਨ ਆ ਕਿ ਭਾਈ ਗੁਰਦਾਸ ਸਾਹਿਬ ਵੀ ਲਿਖ ਕੇ ਗਏ ਨੇ ਕਿ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਨ ਵਾਰੋ ਵਾਰੀ। ਭਾਈ ਗੁਰਦਾਸ ਸਾਹਿਬ ਜੀ ਲਿਖ ਕੇ ਗਏ ਨੇ ਕਿ ਜੁਗ ਜੁਗ ਸਤਿਗੁਰ ਧਰੇ ਅਵਤਾਰੀ, ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੋਂ 4 ਸਰੀਰ ਹੋਰ ਗੁਰੂ ਬਣਨਗੇ। ਜੁਗ ਜੋੜੇ ਨੂੰ ਕਹਿੰਦੇ ਆ ਤੇ ਜੁਗ ਜੁਗ ਦੇ ਅਰਥ ਨੇ 4। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੋਂ 4 ਗੁਰੂਆਂ ਨੇ ਹੋਰ ਅਜੇ ਸਰੀਰ ਧਾਰਨ ਕਰਨਾ ਹੈ। ਤੇ ਮਹਾਰਾਜ ਇਹ ਵੀ ਪਤਾ ਹੈ ਕਿ ਗੱਦੀ ਜਿਹੜੀ ਹੈ, ਗੁਰਤਾ ਜਿਹੜੀ ਹੈ, ਉਹ ਸੋਢੀਆਂ ਦੇ ਘਰ ਦੇ ਵਿੱਚ ਰਹਿਣੀ ਹੈ। ਚੱਲੀ ਪੀੜੀ ਸੋਢੀਆਂ। ਤੇ ਮਹਾਰਾਜ ਤੁਹਾਡੇ 2 ਪੁੱਤਰ ਨੇ ਤੇ ਦੱਸੋ ਤੁਸੀਂ ਦੋਨਾਂ ਵਿੱਚੋਂ ਗੁਰਤਾ ਗੱਦੀ ਕਿੰਨਾਂ ਨੂੰ ਦਿਓਗੇ। ਗੁਰੂ ਹਰਿਰਾਏ ਸਾਹਿਬ ਮਹਾਰਾਜ ਮੁਸਕਰਾਏ, ਕਹਿਣ ਲੱਗੇ ਇਹ ਰੱਬ ਦੀ ਦਾਤ ਤੇ ਜਿੰਦੇ ਤੇ ਪ੍ਰਮਾਤਮਾ ਦਾ ਹੁਕਮ ਹੋਵੇ ਉਹਨੂੰ ਮਿਲੇਗੀ। ਸਤਿਗੁਰੂ ਮਹਾਰਾਜ ਨੂੰ ਸਿੱਖਾਂ ਨੇ ਜਿੱਦ ਕੀਤੀ। ਮਹਾਰਾਜ ਇਸ਼ਾਰਾ ਮਾਤਰ ਗੁਰੂ ਹਰਿਰਾਏ ਸਾਹਿਬ ਮਹਾਰਾਜ ਉਹਨਾਂ ਨੇ ਇੱਕ ਤੰਦੂਈ ਦਿੱਤੀ, ਵੱਡੀ ਸੂਈ ਦਿੱਤੀ ਉਹਨਾਂ ਨੇ ਤੇ ਕਿਹਾ ਕਿ ਦੇਖੋ ਦੋਨੋਂ ਮੇਰੇ ਪੁੱਤਰ ਹਰਿ ਕ੍ਰਿਸ਼ਨ ਜੀ ਤੇ ਰਾਮ ਰਾਏ ਜੀ ਇਹ ਵੱਖੋ ਵੱਖਰੇ ਕਮਰਿਆਂ 'ਚ ਬਾਣੀ ਦਾ ਪਾਠ ਕਰਦੇ ਨੇ ਤੇ ਜਿਹੜੇ ਪੀੜੇ ਤੇ ਪੋਥੀ ਰੱਖ ਕੇ ਪਾਠ ਕਰਦੇ ਨੇ ਉਸ ਪੀੜੇ ਵਿੱਚ ਸੂਈ ਘਵੋਇਓ, ਤੁਹਾਨੂੰ ਪੁੱਤਰ ਆਪਣੇ ਆਪ ਮਿਲ ਜਾਏਗਾ। ਉਹ ਸਿੱਖ ਸੂਈ ਲੈ ਕੇ ਗਏ ਜੀ। ਉਹ ਪਹਿਲਾਂ ਜਿੱਥੇ ਬਾਬਾ ਰਾਮ ਰਾਏ ਜੀ ਪਾਠ ਕਰਦੇ, ਹਾਲਾਂਕਿ ਬਾਬਾ ਰਾਮ ਰਾਏ ਬਹੁਤ ਵੱਡੇ ਵਿਦਵਾਨ ਸੀ, ਬੜੇ ਸਿਆਣੇ ਸੀ, ਇਸੇ ਕਰਕੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਉਹਨਾਂ ਨੂੰ ਦਿੱਲੀ ਭੇਜਿਆ ਸੀ। ਜੇਕਰ ਵਿਦਵਾਨ ਹੁੰਦੇ ਤੇ ਕੀ ਲੋੜ ਸੀ ਉੱਥੇ ਭੇਜਣ ਦੀ। ਸਤਿਗੁਰੂ ਮਹਾਰਾਜ ਜੀ ਦਾ ਹੁਕਮ ਲੈ ਕੇ ਉਹ ਸੂਈ ਲਈ ਤੇ ਸਿੱਖ ਜਿਹੜੇ ਸੀ ਉਹ ਗਏ ਰਾਮ ਰਾਏ ਜਿੱਥੇ ਪਾਠ ਕਰਦੇ ਨੇ। ਉਹਨਾਂ ਨੇ ਬਾਣੀ ਦਾ ਅਦਬ ਕੀਤਾ, ਨਮਸਕਾਰ ਕੀਤੀ। ਉਹ ਸੂਈ ਜਿਹੜੀ ਸੀ ਉਹ ਪਾਵੇ ਵਿੱਚ ਖਬੋਈ ਤੇ ਸੂਈ ਖੁਬੀ ਕੋਈ ਨਾ। ਉਹ ਵਾਪਸ ਉੱਠੇ ਉੱਥੋਂ। ਉਹ ਦੂਸਰੇ ਕਮਰੇ ਦੇ ਵਿੱਚ ਜਾਂਦੇ ਜਿੱਥੇ ਗੁਰੂ ਹਰਿਕ੍ਰਿਸ਼ਨ ਮਹਾਰਾਜ 2.5 ਸਾਲ ਦੀ ਉਮਰ ਦੇ ਵਿੱਚ ਬਾਣੀ ਪੜ੍ਹਦੇ ਪਏ ਆ ਤੇ ਬਾਣੀ ਇੰਨੇ ਕੁ ਪ੍ਰੇਮ ਦੇ ਵਿੱਚ ਪੜ੍ਹਦੇ ਪਏ ਜਿਵੇਂ ਪਤਾ ਨਹੀਂ ਲੱਗਦਾ ਕਿ ਆਰਗਲਾ ਕਿੰਨੀ ਵਾਲਾ ਪੜ੍ਹਦਾ ਹੋਵੇਗਾ। ਸਿੱਖਾਂ ਨੇ ਬਾਣੀ ਦਾ ਅਦਬ ਕੀਤਾ, ਗੁਰੂ ਪੁੱਤਰ ਦਾ ਸਤਿਕਾਰ ਨਮਸਕਾਰ ਕਰਕੇ ਉਹ ਬੈਠੇ ਤੇ ਬੈਠੇ ਉਹਨਾਂ ਨੇ ਸੂਈ ਜਿਹੜੀ ਸੀ ਨਾ ਉਹ ਪਾਵੇ ਦੇ ਵਿੱਚ ਖਬੋਈ ਤੇ ਸੂਈ ਐਵੇਂ ਪਾਵੇ ਦੇ ਵਿੱਚ ਖੁਬੀ ਜਿਵੇਂ ਮੋਮ ਦੇ ਵਿੱਚ ਸੂਈ ਖੁੱਭ ਗਈ ਹੋਵੇ। ਵਾਪਸ ਪਰਤ ਕੇ ਆਏ, ਕਹਿਣ ਲੱਗੇ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਮਹਾਰਾਜ ਹਰਿਕ੍ਰਿਸ਼ਨ ਜੀ। ਸਤਿਗੁਰੂ ਕੁਝ ਨਹੀਂ ਬੋਲੇ, ਉਹਨਾਂ ਨੇ ਕੇਵਲ ਮੁਸਕਰਾਏ। ਉਹਨਾਂ ਨੇ ਕਿਹਾ ਸਮਾਂ ਆਵੇਗਾ ਤੇ ਆਪਣੇ ਆਪ ਪਤਾ ਲੱਗੇਗਾ। ਸਤਿਗੁਰੂ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੂੰ ਔਰੰਗਜ਼ੇਬ ਨੇ ਸੁਨੇਹਾ ਭੇਜਿਆ, ਕਹਿਣ ਲੱਗਾ ਜੀ ਤੁਹਾਡੀ ਬਾਣੀ ਦੇ ਵਿੱਚ ਸਾਡੇ ਧਰਮ ਦੇ ਖਿਲਾਫ ਬਹੁਤ ਕੁਝ ਲਿਖਿਆ, ਇਹਦਾ ਆ ਕੇ ਉੱਤਰ ਸਾਨੂੰ ਦੇਣਾ ਕਰੋ। ਸਿੱਖਾਂ ਨੇ ਕਿਹਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਔਰੰਗਜ਼ੇਬ ਬੜਾ ਕਪਟੀ ਆ, ਅਸੀਂ ਚਾਹੁੰਦੇ ਆ ਕਿ ਤੁਸੀਂ ਨਾ ਜਾਓ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਸੇ ਹੋਰ ਨੂੰ ਭੇਜੋ। ਸਿੱਖਾਂ ਨੇ ਬੇਨਤੀ ਕੀਤੀ ਕਿ ਰਾਮ ਰਾਏ ਨੂੰ ਕਿਉਂ ਨਾ ਭੇਜਿਆ ਜਾਵੇ। ਸਤਿਗੁਰੂ ਗੁਰੂ ਹਰਿਰਾਏ ਸਾਹਿਬ ਮਹਾਰਾਜ ਰਾਮ ਰਾਏ ਨੂੰ ਤੋਰਦੇ ਆ, ਇੱਕ ਗੱਲ ਕਹਿ ਕੇ ਤੋਰਿਆ, ਕਹਿਣ ਲੱਗੇ ਬੇਟਾ ਹਕੂਮਤ ਦਾ ਡਰ ਮਨ ਦੇ ਵਿੱਚ ਨਹੀਂ ਰੱਖਣਾ, ਇਹ ਨਹੀਂ ਦੇਖਣਾ ਕਿ ਸਾਹਮਣੇ ਬਾਦਸ਼ਾਹ, ਸੱਚ ਕਹਿਣ ਤੋਂ ਗੁਰੇਜ਼ ਨਹੀਂ ਕਰਨਾ। ਦੂਸਰੀ ਗੱਲ ਹਮੇਸ਼ਾ ਯਾਦ ਰੱਖਿਓ ਤੁਹਾਡੀ ਜੀਭ ਤੇ ਗੁਰੂ ਨਾਨਕ ਦਾ ਵਾਸਾ ਹੋਵੇਗਾ, ਜੋ ਤੁਸੀਂ ਕਹੋਗੇ ਉਹ ਹੋ ਜਾਇਆ ਕਰੇਗਾ। ਇਤਿਹਾਸ ਦੇ ਵਿੱਚ ਲਿਖਿਆ 72 ਕਰਾਮਾਤਾਂ ਜਿਹੜੀਆਂ ਸਨ ਉਹ ਰਾਮ ਰਾਏ ਨੇ ਔਰੰਗਜ਼ੇਬ ਦੇ ਦਰਬਾਰ 'ਚ ਉਹਦੇ ਸਾਹਮਣੇ ਕੀਤੀਆਂ। ਇੱਕੇ ਅਸਮਾਨ ਦੇ ਵਿੱਚ 2 ਚੰਦਰਮਾ ਚੜਾ ਦਿੱਤੇ ਸੀ। ਜਮਨਾ ਪਾਰ ਲੈ ਕੇ ਗਿਆ ਸੀ, ਬਿਨਾਂ ਜੁੱਤੀ ਤੱਕ ਗਿੱਲੀ ਨਹੀਂ ਸੀ ਹੋਈ ਔਰੰਗਜ਼ੇਬ ਦੀ, ਉਹ ਨਾਲ ਤੋਰ ਕੇ ਜਮਨਾ ਪਾਰ ਕਰਾ ਦਿੱਤੀ। ਜੇਕਰ ਬੱਕਰਾ ਭੇਟ ਕੀਤਾ, ਉਹਦੀਆਂ ਹੱਡੀਆਂ ਇਕੱਠੀਆਂ ਕਰਕੇ ਲਿਆ, ਕਹਿੰਦੇ ਬੱਕਰਾ ਮੇਰੇ ਪੁੱਤਰ ਦਾ ਸੀ, ਬਹਾਦਰ ਸ਼ਾਹ ਪਿਆਰ ਬੜਾ ਕਰਦਾ ਹੈ ਬੱਕਰੇ ਨੂੰ, ਇਹਨੂੰ ਜਿੰਦਾ ਕਰੋ ਜਾਂ ਹੋਰ ਬੱਕਰੇ ਦਾ ਪ੍ਰਬੰਧ ਕਰ ਦਿਓ। ਰਾਮ ਰਾਏ ਨੇ ਉਹ ਬੱਕਰਾ ਵੀ ਜਿੰਦਾ ਕਰ ਦਿੱਤਾ ਸੀ। ਅਨੇਕਾਂ ਕਰਾਮਾਤਾਂ ਉੱਥੇ ਦਿਖਾਈਆਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਹੁਕਮ ਭੁੱਲ ਗਏ ਕਿ ਪ੍ਰਵਾਹ ਨਹੀਂ ਕਰਨੀ, ਬਾਦਸ਼ਾਹ ਦਾ ਫਿਕਰ ਨਹੀਂ ਕਰਨਾ ਕਿ ਬਾਦਸ਼ਾਹ ਕੌਣ ਹੈ। ਇੱਕ ਦਿਨ ਦਰਬਾਰ ਲੱਗਿਆ ਤੇ ਰਾਮ ਰਾਏ ਦਾ ਪ੍ਰਭਾਵ ਜਿਹੜਾ ਸੀ ਉੱਥੇ ਬਹੁਤ ਜ਼ਿਆਦਾ ਬਣ ਗਿਆ ਤੇ ਔਰੰਗਜ਼ੇਬ ਜਿਹੜਾ ਸੀ ਉਹ ਇਹਨਾਂ ਚੀਜ਼ਾਂ ਨੂੰ ਬਹੁਤ ਪਸੰਦ ਕਰਦਾ ਸੀ।
ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਕਾਜੀ ਮਲੌਨਿਆਂ ਨੇ ਕਈ ਵਾਰੀ ਹਾਰ ਖਾਧੀ। ਕਦੀ ਟੋਆ ਪੁੱਟ ਦੇਣਾ ਤੇ ਚਾਦਰ ਵਿਛਾ ਦੇਣੀ, ਕਹਿਣਾ ਰਾਮ ਰਾਏ ਇੱਥੇ ਬੈਠੇਗਾ ਤੇ ਵਿੱਚ ਡਿੱਗ ਜਾਏਗਾ, ਪਰ ਕਰਾਮਾਤ ਦੇ ਨਾਲ ਉਹ ਚਾਦਰ ਇਵੇਂ ਹੀ ਵਿਛੀ ਰਹਿਣੀ ਜਿਵੇਂ ਫਰਸ਼ ਤੇ ਵਿਛੀ ਹੋਵੇ। ਕਈ ਵਾਰੀ ਟੋਏ ਦੇ ਉੱਤੇ ਕੁਰਸੀ ਆਸਣ ਰੱਖ ਦੇਣਾ, ਕਹਿਣਾ ਕਿ ਆਸਣ ਜਿਹੜਾ ਹੈ ਇਹਦੇ ਤੇ ਬੈਠੇਗਾ ਤੇ ਡਿੱਗ ਜਾਏਗਾ, ਉਹ ਵੀ ਨਾ ਡਿੱਗਣਾ। ਕਈ ਵਾਰੀ ਆਸਣ ਨੀਵੇਂ ਥਾਂ ਤੇ ਲਾ ਦੇਣਾ ਕਿ ਨੀਵਾਂ ਹੋ ਕੇ ਤੇ ਬੈਠੇਗਾ, ਪਰ ਉਹ ਧਰਤੀ ਹਮੇਸ਼ਾ ਉੱਚੀ ਹੋ ਜਾਣੀ ਤੇ ਆਸਣ ਔਰੰਗਜ਼ੇਬ ਦੇ ਬਰਾਬਰ ਤੇ ਚਲੇ ਜਾਣਾ। ਬੜੇ ਦੁਖੀ ਹੋਏ, ਬੜੀਆਂ ਉਹਨਾਂ ਕੋਸ਼ਿਸ਼ਾਂ ਕੀਤੀਆਂ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਹਾਰ ਦਈਏ, ਪਰ ਹਰ ਵਾਰੀ ਉਹਨਾਂ ਨੂੰ ਮੂੰਹ ਦੀ ਖਾਣੀ ਪੈਣੀ। ਪਰ ਜਦੋਂ ਇੱਕ ਦਿਨ ਐਸਾ ਆਉਂਦਾ ਹੈ ਕਿ ਭਰੇ ਦਰਬਾਰ ਦੇ ਵਿੱਚ ਕਾਜੀ ਮੁਲਾਨੇ ਜਿਹੜੇ ਨੇ ਉਹ ਰਾਮ ਰਾਏ ਨੂੰ ਕਹਿੰਦੇ ਨੇ ਕਿ ਗੁਰੂ ਨਾਨਕ ਦੀ ਬਾਣੀ ਦੇ ਵਿੱਚ ਇੱਕ ਗੱਲ ਲਿਖੀ ਆ, ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ। ਹੁਣ ਦੇਖੋ ਸਤਿਗੁਰੂ ਮਹਾਰਾਜ ਬਾਣੀ ਦਾ ਅਦਬ ਕਿੰਨਾ ਕਰਦੇ ਆ। ਜੇ ਸਿੱਖ ਬਾਣੀ ਪੜ੍ਹਦੇ ਆਉਂਦੇ ਨੇ ਤੇ ਮਹਾਰਾਜ ਝੱਟ ਖੜੇ ਹੋ ਜਾਂਦੇ ਨੇ। ਮਹਾਰਾਜ ਕਹਿੰਦੇ ਨੇ ਜਿਨ ਪੈ ਬਾਣੀ ਅਦਬ ਨਾ ਧਾਰਾ ਸੋ ਜਾਨੋ ਨਾ ਹੀ ਸਿੱਖ ਹਮਾਰਾ। ਜਿਹੜਾ ਬਾਣੀ ਦਾ ਅਦਬ ਨਹੀਂ ਕਰਦਾ ਉਹ ਸਾਡਾ ਸਿੱਖ ਨਹੀਂ ਹੋ ਸਕਦਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੇ ਸੁਪੁੱਤਰ ਰਾਮ ਰਾਏ ਦੇ ਸਾਹਮਣੇ ਜਦੋਂ ਪ੍ਰਸ਼ਨ ਰੱਖਿਆ ਕਿ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਇਹ ਜੋ ਬਾਣੀ ਦੇ ਵਿੱਚ ਗੁਰੂ ਨਾਨਕ ਲਿਖ ਕੇ ਗਏ, ਸਤਿਗੁਰੂ ਮਹਾਰਾਜ ਦਾ ਪੁੱਤਰ ਜਿਵੇਂ ਡਰ ਗਿਆ, ਧਨ ਦੌਲਤ ਜਾਂਦੀ ਦਿਸੀ, ਘਬਰਾ ਗਿਆ, ਪ੍ਰਭਾਵ ਥੱਲੇ ਆ ਗਿਆ ਤੇ ਉੱਥੇ ਬਾਣੀ ਦੇ ਗਲਤ ਅਰਥ ਕਰ ਦਿੱਤੇ। ਕਿਆ ਨਹੀਂ ਜੀ, ਇਹ ਤਾਂ ਅਸਲ ਦੇ ਵਿੱਚ ਲਿਖਿਆ ਸੀ ਮਿੱਟੀ ਬੇਈਮਾਨ ਕੀ, ਮੁਸਲਮਾਨ ਕੀ ਨਹੀਂ, ਬੇਈਮਾਨ ਕੀ ਹੈ। ਤੇ ਇਹ ਮਿੱਟੀ ਬੇਈਮਾਨ ਕੀ ਲਿਖਿਆ, ਲਖਾਰੀ ਦੀ ਗਲਤੀ ਉਹਨੇ ਮੁਸਲਮਾਨ ਸ਼ਬਦ ਵਰਤ ਦਿੱਤਾ। ਸਿੱਖਾਂ ਨੂੰ ਪਤਾ ਲੱਗਿਆ, ਸਿੱਖਾਂ ਨੇ ਸਤਿਗੁਰੂ ਮਹਾਰਾਜ ਜੀ ਨੂੰ ਚਿੱਠੀਆਂ ਲਿਖ ਦਿੱਤੀਆਂ, ਮਹਾਰਾਜ ਤੁਹਾਡੇ ਪੁੱਤਰ ਨੇ ਬਾਣੀ ਨੂੰ ਇਸ ਤਰੀਕੇ ਦੇ ਨਾਲ ਦਰਬਾਰ ਵਿੱਚ ਪੇਸ਼ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਆਹ ਗੱਲ ਸਤਿਗੁਰਾਂ ਦੇ ਕੋਲ ਪਹੁੰਚੀ ਤੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਉਹਨਾਂ ਨੇ ਕਿਹਾ ਸੀ, ਕਹਿਣ ਲੱਗੇ ਨਹੀਂ, ਸਿਧਾਂਤ ਨੂੰ ਕੋਈ ਨਹੀਂ ਤੋੜ ਸਕਦਾ, ਬਾਣੀ ਨੂੰ ਠੋਕਰ ਕੋਈ ਨਹੀਂ ਮਾਰ ਸਕਦਾ। ਇਤਿਹਾਸ ਪੜ੍ਹ ਕੇ ਦੇਖੋ, ਗੁਰੂ ਅਮਰਦਾਸ ਮਹਾਰਾਜ ਸਰੀਰ ਕਰਕੇ ਤਖਤ ਤੇ ਬੈਠੇ ਨੇ, ਬਾਬਾ ਦਾਸੂ ਜੀ ਨੇ, ਬਾਬਾ ਦਾਤੂ ਜੀ ਨੇ ਲੱਤ ਮਾਰੀ ਸੀ ਵੱਖੀ ਦੇ ਵਿੱਚ, ਤੇ ਸਤਿਗੁਰੂ ਮਹਾਰਾਜ ਉਥੋਂ ਆਸਣ ਤੋਂ ਥੱਲੇ ਡਿੱਗੇ ਤੇ ਮਹਾਰਾਜ ਨੇ ਨਾਲੇ ਪੈਰ ਫੜ ਲਿਆ, ਕਹਿਣ ਲੱਗੇ ਤੁਹਾਡੇ ਪੈਰ ਤੇ ਸੱਟ ਤੇ ਨਹੀਂ ਲੱਗੀ। ਗੁਰੂ ਸਰੀਰ ਨੂੰ ਸੱਟ ਵੱਜਦੀ ਮਹਾਰਾਜ ਬਰਦਾਸ਼ਤ ਕਰ ਲੈਂਦੇ ਆ, ਪਰ ਮਹਾਰਾਜ ਇਹ ਨਹੀਂ ਕਿ ਕੋਈ ਬਾਣੀ ਨੂੰ ਸੱਟ ਮਾਰੇ ਤੇ ਉਹਨੂੰ ਬਰਦਾਸ਼ਤ ਕਰੀਏ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਨੇ ਉਸ ਵੇਲੇ ਸਤਿਗੁਰੂ ਮਹਾਰਾਜ ਜੀ ਨੇ ਇਹ ਹੁਕਮ ਭੇਜ ਦਿੱਤਾ, ਕਹਿਣ ਲੱਗੇ ਕਿ ਰਾਮ ਰਾਏ ਅੱਜ ਤੋਂ ਤੇਰਾ ਤੇ ਸਾਡਾ ਨਾਤਾ ਕੋਈ ਨਹੀਂ, ਜਿੱਧਰ ਤੇਰਾ ਮੂੰਹ ਹੈ ਉਸ ਪਾਸੇ ਨੂੰ ਚਲੇ ਜਾ, ਸਾਡੇ ਅੱਜ ਤੋਂ ਬਾਅਦ ਤੂੰ ਮੱਥੇ ਨਹੀਂ ਲੱਗਣਾ। ਇਤਿਹਾਸ ਕਹਿੰਦਾ ਗੁਰੂ ਹਰਿਰਾਏ ਸਾਹਿਬ ਮਹਾਰਾਜ ਨੇ ਬਿਲਕੁਲ ਮੱਥੇ ਨਹੀਂ ਲਾਇਆ, ਸਾਰੀ ਜ਼ਿੰਦਗੀ ਉਹ ਤਰਸਦਾ ਰਿਹਾ ਕਿ ਸਤਿਗੁਰੂ ਮਹਾਰਾਜ ਕਿਤੇ ਮੈਨੂੰ ਬਖਸ਼ ਦੇਣ, ਪਰ ਮਹਾਰਾਜ ਨੇ ਉਹਨੂੰ ਬਿਲਕੁਲ ਆਪਣੇ ਸਾਹਮਣੇ ਨਹੀਂ ਲਿਆਂਦਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦਾ ਹੁਕਮ ਮੰਨਿਆ, ਰਾਮ ਰਾਏ ਲਾਹੌਰ ਤੱਕ ਆਇਆ, ਪਰ ਸਤਿਗੁਰੂ ਮਹਾਰਾਜ ਜੀ ਨੇ ਉਹਨੂੰ ਕੁਰਬਾਨ ਨਹੀਂ ਕੀਤਾ। ਉੱਥੋਂ ਫਿਰ ਉਹ ਦੇਹਰਾਦੂਨ ਚਲੇ ਜਾਂਦਾ ਹੈ, ਜਿੱਥੇ ਜਾ ਕੇ ਉਹਨੂੰ ਔਰੰਗਜ਼ੇਬ ਨੇ ਜਗੀਰ ਦਿੱਤੀ ਸੀ, ਉੱਥੇ ਜਾ ਕੇ ਉਹਨੇ ਆਪਣਾ ਡੇਰਾ ਬਣਾਇਆ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਆਪਣਾ ਅੰਤਮ ਸਮਾਂ ਨਜ਼ਦੀਕ ਜਾਣਦਿਆਂ ਹੋਇਆਂ ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੂੰ, ਜਿਨ੍ਹਾਂ ਦੀ 6 ਸਾਲ ਉਮਰ ਤਕਰੀਬਨ ਬਣਦੀ ਹੈ, ਸਤਿਗੁਰੂ ਮਹਾਰਾਜ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ। ਔਰ ਇਹ ਸਿੱਖੀ ਦਾ ਅਸੂਲ ਹਮੇਸ਼ਾ ਰਿਹਾ ਕਿ ਸਤਿਗੁਰੂ ਮਹਾਰਾਜ ਇਹ ਨਹੀਂ ਕਿ ਜਿਵੇਂ ਅੱਜ ਅਸੀਂ ਦੇਖਦੇ ਹਾਂ ਨਾ ਕਿ ਕੋਈ ਚੜ੍ਹਾਈ ਡੇਰੇਦਾਰ ਕਰਦਾ ਹੈ ਤੇ ਉਹਦੇ ਤੋਂ ਬਾਅਦ ਵਿੱਚ ਜਿਹੜੇ ਉਹਦੇ ਚੇਲੇ ਹੁੰਦੇ ਨੇ, ਜਿਹੜੇ ਮੋਢੀ ਹੁੰਦੇ ਨੇ, ਉਹ ਕਹਿੰਦੇ ਨੇ ਕਿ ਸਾਡਾ ਹੱਕ ਬਣਦਾ ਹੈ, ਫਿਰ ਉਹ ਇੱਕ ਡੇਰੇ ਦੀਆਂ 2-2 ਸ਼ਾਖਾ ਬਣ ਜਾਂਦੀਆਂ, 3-3 ਸ਼ਾਖਾ ਵੀ ਬਣ ਜਾਂਦੀਆਂ। ਪਰ ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਇਹ ਮਰਿਆਦਾ ਚਲਾ ਦਿੱਤੀ ਕਿ ਥਾਪਿਆ ਲਹਿਣਾ ਜੀਵ ਦੇ। ਗੁਰੂ ਨਾਨਕ ਦੇਵ ਮਹਾਰਾਜ ਗੁਰੂ ਅੰਗਦ ਦੇਵ ਜੀ ਨੂੰ ਆਪਣੀ ਹਯਾਤੀ ਵਿੱਚ ਗੁਰੂ ਬਣਾਉਂਦੇ ਆ। ਗੁਰੂ ਅੰਗਦ ਦੇਵ ਮਹਾਰਾਜ ਗੁਰੂ ਅਮਰਦਾਸ ਨੂੰ ਹਯਾਤੀ ਵਿੱਚ ਗੁਰੂ ਬਣਾਉਂਦੇ ਆ। ਗੁਰੂ ਅਮਰਦਾਸ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਨੂੰ ਹਯਾਤੀ ਵਿੱਚ ਗੁਰੂ ਬਣਾਉਂਦੇ ਆ। ਗੁਰੂ ਰਾਮਦਾਸ ਮਹਾਰਾਜ ਗੁਰੂ ਅਰਜਨ ਦੇਵ ਜੀ ਨੂੰ ਹਯਾਤੀ ਵਿੱਚ ਗੁਰੂ ਬਣਾਉਂਦੇ ਆ। ਗੁਰੂ ਅਰਜਨ ਦੇਵ ਮਹਾਰਾਜ ਸ਼ਹਾਦਤ ਦੇਣ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰਦੇ ਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹਯਾਤੀ ਵਿੱਚ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਮਹਾਰਾਜ ਨੂੰ ਗੁਰਤਾ ਦਿੰਦੇ ਆ ਤੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਹਯਾਤੀ ਵਿੱਚ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੂੰ ਗੁਰਤਾ ਗੱਦੀ ਦਿੰਦੇ ਆ।
ਹੁਣ ਦੇਖੋ ਅੱਗੇ ਜਾ ਕੇ ਨੌਵੀਂ ਜੋਤ ਜਦੋਂ ਪ੍ਰਗਟ ਹੋਣੀ ਸੀ, ਗੁਰੂ ਹਰਕ੍ਰਿਸ਼ਨ ਮਹਾਰਾਜ, ਇਹ ਨਹੀਂ ਕਿ ਚਲਾਣਾ ਹੋਇਆ ਜੋਤੀ ਜੋਤ ਸਮਾ ਗਏ ਤੇ ਬਾਅਦ ਵਿੱਚ ਗੁਰੂ ਕਿਸੇ ਨੇ ਲੱਭ ਕੇ ਕਿਹਾ ਹੋਵੇ ਕਿ ਨਹੀਂ ਇਹ ਗੁਰੂ ਹੋਣਗੇ। ਮਹਾਰਾਜ ਜੀ ਉੱਥੇ ਬਚਨ ਕਹਿ ਕੇ ਗਏ ਸੀ ਕਿ ਬਾਬਾ ਬਸੇ ਗ੍ਰਾਮ ਬਕਾਲੇ, ਕਿ ਅਗਲੀ ਜੋਤ ਜਿਹੜੀ ਹੈ ਉਹ ਬਕਾਲੇ ਦੇ ਵਿੱਚ ਸਾਡੇ ਬਾਬਾ ਸਾਡੇ ਦਾਦਾ ਜੀ ਹੋਣਗੇ। ਸਤਿਗੁਰੂ ਗੁਰੂ ਹਰਿਰਾਏ ਸਾਹਿਬ ਮਹਾਰਾਜ ਹਯਾਤੀ ਦੇ ਵਿੱਚ ਹੀ ਸਤਿਗੁਰੂ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਨੂੰ ਗੁਰਤਾ ਗੱਦੀ ਤੇ ਬਿਠਾਉਂਦੇ ਨੇ ਔਰ ਸਿੱਖ ਸੰਗਤ ਨੂੰ ਇਹ ਬਚਨ ਕਹੇ ਸੀ, ਕਹਿਣ ਲੱਗੇ ਗੁਰੂ ਸਰੀਰ ਨਹੀਂ ਦਿੰਦਾ। ਮਤ ਸੋਚੋ ਕਿ ਕੋਈ ਛੋਟਾ ਹੈ, ਇਹ ਸਰੀਰ ਕਰਕੇ ਛੋਟਾ ਤੇ ਗੁਰੂ ਕਿਵੇਂ ਹੋਵੇਗਾ। ਪੰਡਤ ਲਾਲ ਚੰਦ ਨੂੰ ਵੀ ਧੋਖਾ ਲੱਗਿਆ, ਕੋੜੀ ਨੇ ਵੀ ਧੋਖਾ ਖਾਦਾ, ਪ੍ਰੀਖਿਆ ਰਾਣੀ ਨੇ ਵੀ ਕੀਤੀ, ਪਰ ਸਤਿਗੁਰੂ ਗੁਰੂ ਹਰਕ੍ਰਿਸ਼ਨ ਮਹਾਰਾਜ ਉਹ ਜੋਤ ਉਹਾ ਜੁਗ ਦਸਾਏ। ਜੋਤ ਤਾਂ ਗੁਰੂ ਨਾਨਕ ਦੀ ਸੀ, ਸਰੀਰ ਕਰਕੇ ਉਹ ਭਾਵੇਂ ਆਰਬਲਾ ਛੋਟੀ ਸੀ, ਪਰ ਸਤਿਗੁਰੂ ਮਹਾਰਾਜ ਜੀ ਦੇ ਵਿੱਚ ਜੋਤ ਜਿਹੜੀ ਸੀ 7ਵੇਂ ਪਾਤਸ਼ਾਹ ਤੋਂ ਫਿਰ 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੇ ਅੰਦਰ ਉਹ ਜੋਤ ਟਿਕਦੀ ਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜੋ ਉਪਦੇਸ਼ ਆਪਣੇ ਜੀਵਨ ਦੇ ਵਿੱਚ ਕਮਾਇਆ ਤੇ ਸਿੱਖਾਂ ਨੂੰ ਕਿਹਾ ਕਿ ਇਹ ਕਮਾਉਣਾ, ਅੱਜ ਅਸੀਂ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾਉਂਦੇ ਆ ਤੇ ਸਾਡੇ ਜੀਵਨ ਵਿੱਚ ਵੀ ਹੋਣਾ ਚਾਹੀਦਾ ਹੈ ਕਿ ਜਿਵੇਂ ਸਤਿਗੁਰੂ ਮਹਾਰਾਜ ਕਹਿੰਦੇ ਨਾ ਬਾਣੀ ਦਾ ਅਦਬ ਕਰਨਾ ਹੈ, ਤੇ ਸਾਡੇ ਮਨ ਦੇ ਵਿੱਚ ਇਹ ਹੋਣਾ ਚਾਹੀਦਾ ਜਿੱਥੇ ਬਾਣੀ ਪੜ੍ਹੀ ਜਾਂਦੀ ਉੱਥੇ ਗੱਲਾਂ ਬਾਤਾਂ ਨਾ ਕੀਤੀਆਂ ਜਾਣ। ਆਪਣੀਆਂ ਗੱਲਾਂ ਤੇ ਅਸੀਂ ਘਰੇ ਜਾ ਕੇ ਵੀ ਕਰ ਸਕਦੇ ਹਾਂ। ਸਤਿਗੁਰੂ ਮਹਾਰਾਜ ਜੀ ਦੀ ਬਾਣੀ ਸੁਣਨ ਵਾਸਤੇ ਜੇਕਰ ਆਉਨੇ ਆ ਤੇ ਬਾਣੀ ਨੂੰ ਹੀ ਸੁਣਿਆ ਜਾਏ, ਅਰਦਾਸ ਕਰਕੇ ਜਾਇਆ ਕਰੋ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਕਿ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਮ ਵਿਚਾਓ ਇਹੋ। ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਰਹਿਮਤ ਕਰਨ ਜੀ। ਬੋਲਦਿਆਂ ਹੋਈਆਂ ਬੇਅਦਬ ਭੁੱਲਾਂ ਦੀ ਖਿਮਾ। 7ਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਆਪ ਸਾਰੀਆਂ ਹੀ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਪ੍ਰਬੰਧਕ ਸੱਜਣਾ ਦਾ, ਪ੍ਰਧਾਨ ਸਾਹਿਬ ਦਾ, ਸੈਕਟਰੀ ਸਾਹਿਬ ਦਾ, ਸਾਰੀ ਸੰਗਤ ਦਾ ਹਾਰਦਿਕ ਤੌਰ ਤੇ ਧੰਨਵਾਦ। ਕੋਟਾਨ ਕੋਟ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸ਼ੁਕਰਾਨਾ, ਜਿਨ੍ਹਾਂ ਨੇ ਕਿਰਪਾ ਕੀਤੀ ਗੋਦ ਵਿੱਚ ਬਿਠਾ ਕਰਕੇ ਆਪ ਜੀ ਦੇ ਦਰਸ਼ਨ ਕਰਾਏ ਨੇ। ਬਹੁਤ ਹੀ ਸਤਿਕਾਰਯੋਗ ਸਰਦਾਰ ਭਾਈ ਅਜੀਤ ਸਿੰਘ ਜੀ, ਉਹ ਆਪ ਸੰਗਤ ਦੇ ਉਹਨਾਂ ਨੇ ਦਰਸ਼ਨ ਕਰਨੇ ਨੇ। ਵਿਦਵਾਨ ਕੀਰਤਨੀਏ ਨੇ ਤੇ ਵੱਡੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਇਲਾਕੇ ਦੇ ਵਿੱਚੋਂ ਨੇ, ਔਰ ਜਿੱਥੇ ਵਿਦਵਾਨ ਕੀਰਤਨੀਏ ਨੇ ਉੱਥੇ ਇਹ ਕੀਰਤਨ ਦੀ ਦਾਤ ਨੂੰ ਅੱਗੇ ਵੰਡਣ ਵਾਸਤੇ ਵੀ ਤਤਪਰ ਰਹਿੰਦੇ ਨੇ। ਬਹੁਤ ਸਾਰੇ ਬੱਚਿਆਂ ਨੂੰ ਉਹਨਾਂ ਨੇ ਵਿੱਦਿਆ ਦਿੱਤੀ, ਬਹੁਤ ਸਾਰੇ ਬੱਚੇ ਇਸ ਵਿੱਦਿਆ ਨੂੰ ਪ੍ਰਾਪਤ ਕਰਦੇ ਪਏ ਨੇ। ਸਤਿਗੁਰੂ ਮਹਾਰਾਜ ਕਿਰਪਾ ਕਰ ਇਸੇ ਤਰ੍ਹਾਂ ਗੁਰਬਾਣੀ ਕੀਰਤਨ ਦੀ ਸੇਵਾ ਕਰਦੇ ਰਹਿਣ। ਜੀ ਆਇਆਂ ਨੂੰ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨ। ਬੋਲਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਅਸੀਸ ਬਖਸ਼ੋ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸੰਗਰਾਜ ਜੀ, ਗੁਰੂ ਪਿਆਰੇ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਅਮਰਿੰਦਰ ਸਿੰਘ ਜੀ ਕਥਾਵਾਚਕ।